ਜਿਹੜਾ ਸਪਲੀਮੈਂਟਰੀ ਜਿਹੜਾ ਚਲਾਨ ਪੇਸ਼ ਕੀਤਾ ਬਰਗਾੜੀ ਬੇਅਦਬੀ ਕਾਂਡ ਦੇ ਉੱਤੇ ਜੁੜੇ ਬਹਿਬਲ ਕਲਾ ਕਾਂਡ ਤੇ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਸ਼ ਸਿੰਘ ਸੈਣੀ, ਪ੍ਰਕਾਸ਼ ਸਿੰਘ ਬਾਦਲ ਸਾਬਕਾ ਜਿਹੜੇ ਮੁੱਖ ਮੰਤਰੀ ਨੇ, ਪਰਮਰਾਜ ਸਿੰਘ ਉਮਰਾ ਨੰਗਲ, ਇਹਨਾਂ ਨੂੰ ਆਰੋਪੀ ਬਣਾਇਆ ਗਿਆ। ਮੇਰੀ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਇਹ ਬੇਨਤੀ ਹੈ ਵੀ ਇਹਨੂੰ ਰਾਜਨੀਤਿਕ ਮੁੱਦਾ ਨਹੀਂ ਬਣਾਉਣਾ ਚਾਹੀਦਾ। ਧਰਮ ਸਭ ਦੇ ਇੱਕੋ ਹੈ। ਲੋਕ ਸਭਾ ਜਿਮਨੀ ਚੋਣਾਂ ਵਾਕਈ ਜਿਹੜੀਆਂ ਉਹ ਮੁੱਛ ਦਾ ਸਵਾਲ ਬਣ ਗਿਆ ਜੀ। ਆਮ ਆਦਮੀ ਪਾਰਟੀ ਦੇਖੋ ਹਰ ਕਦਮ ਜਿਹੜੀ ਹੈ ਉਹ ਬੜਾ ਸਮਝ ਕੇ ਰੱਖ ਰਹੀ ਹੈ। ਕਾਂਗਰਸ ਦੀ ਤੁਹਾਨੂੰ ਪਤਾ ਕਿਵੇਂ ਜ਼ੋਰ ਲੱਗਿਆ, ਭਾਵੇਂ ਅੰਦਰੋਂ ਜਿੰਨੇ ਮਰਜ਼ੀ ਪਾਰਟੀ ਹੋਣ ਉਹ ਕੋਸ਼ਿਸ਼ ਕਰ ਰਹੇ ਵੀ ਸੀ ਇਕਜੁੱਟ ਹਾਂ। ਨਵਜੋਤ ਸਿੰਘ ਸਿੱਧੂ ਤੇ ਅਮਰਿੰਦਰ ਸਿੰਘ ਰਾਜਾ ਬਣੇਗੇ ਇੱਕ ਮੰਚ ਤੇ ਨਜ਼ਰ ਆਏ ਸੀ। ਕੈਪਟਨ ਸਾਹਿਬ ਨੂੰ ਚਾਹੀਦਾ ਵੀ ਤੁਸੀਂ ਪੰਜਾਬ ਨਾਲ ਪਿਆਰ ਕਰਦੇ ਹੋ ਤੇ ਪੰਜਾਬ ਨੂੰ ਲੁੱਟਣ ਵਾਲਿਆਂ ਦੇ ਨਾਂ ਤਾਂ ਨਸ਼ਰ ਹੋਣੇ ਚਾਹੀਦੇ ਹਨ ਨਾ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਵੀ ਜਿਹੜੀ ਆ ਇਹ ਰਿਪੋਰਟ ਮੰਗੀ ਗਈ ਸੀ। ਹੁਣ ਸਾਹਮਣੇ ਆਇਆ ਕਿ ਫਰਾਰੀ ਤੇ ਬਾਅਦ ਉਹ ਵਿਦੇਸ਼ੀ ਨੰਬਰ ਦਾ ਯੂਜ਼ ਕਰਦਾ ਰਿਹਾ ਅੰਮ੍ਰਿਤਪਾਲ। ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਹਾਂ ਇੰਦਰਜੀਤ। ਸਾਡੇ ਅੱਜ ਦੇ ਪ੍ਰੋਗਰਾਮ ਖਰੀਆਂ ਖਰੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਨਾਲ ਨੇ D4U ਨਿਊਜ਼ ਦੇ ਸੰਪਾਦਕ ਦੀਪਕ ਭੰਡਾਰੀ ਜੀ। ਭੰਡਾਰੀ ਸਾਹਿਬ ਨਮਸਕਾਰ। ਨਮਸਕਾਰ ਜੀ। ਭੰਡਾਰੀ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਲੈ ਕੇ ਇੱਕ ਸਪਲੀਮੈਂਟਰੀ ਚਲਾਨ ਪੇਸ਼ ਹੋਇਆ ਜੀ, ਤੇ ਪਰ ਉਸ ਤੋਂ ਬਾਅਦ ਵੀ ਆਏ ਦਿਨ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਜਾ ਰਹੀਆਂ ਨੇ। ਹਾਂ, ਇਹ ਜਿਹੜੀ ਜਿਹਦਾ ਸਪਲੀਮੈਂਟਰੀ ਚਲਾਨ ਪੇਸ਼ ਹੋਇਆ ਹੈ ਪ੍ਰਿੰਸ, ਇਹ 12 ਅਕਤੂਬਰ 2015 ਦੀ ਘਟਨਾ ਹੈ। ਫਰੀਦਕੋਟ ਦੇ ਬਰਗਾੜੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ। ਇਸ ਤੋਂ ਬਾਅਦ ਕਿਸ ਤਰ੍ਹਾਂ ਸਿੱਖ ਸੰਗਠਨ ਕੋਟਕਪੂਰਾ ਤੇ ਬਹਿਬਲ ਕਲਾਂ ਦੇ ਵਿੱਚ ਵਿਰੋਧ ਕਰਦੇ ਨੇ ਜਦੋਂ ਪੁਲਿਸ ਖਤਮ ਕਰਾਉਣ ਦੀ ਕੋਸ਼ਿਸ਼ ਕਰਦੀ ਹੈ। ਤੇ ਇਸ ਦੌਰਾਨ 14 ਅਕਤੂਬਰ ਨੂੰ ਕੋਟਕਪੂਰਾ ਤੇ ਬਹਿਬਲ ਕਲਾਂ 'ਚ ਪੁਲਿਸ ਜਿਹੜਾ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਹਲਕਾ ਬਲ ਵੀ ਪ੍ਰਯੋਗ ਕਰਦੀ ਹੈ। ਬਹਿਬਲ ਕਲਾਂ 'ਚ ਪੁਲਿਸ ਫਾਇਰਿੰਗ ਕਰਦੀ ਹੈ ਜਿਹਦੇ 'ਚ 2 ਸਿੱਖ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਜਿਹੜਾ ਕੋਟਕਪੂਰਾ ਦੇ ਵਿੱਚ ਵੀ ਫਾਇਰਿੰਗ ਹੁੰਦੀ ਹੈ ਜਿਹਦੇ 'ਚ ਕਈ ਪ੍ਰਦਰਸ਼ਨਕਾਰੀ ਘਾਇਲ ਹੁੰਦੇ ਨੇ। 7 ਅਗਸਤ 2018 ਨੂੰ ਪੁਲਿਸ ਅਗਿਆਤ ਲੋਕਾਂ ਦੇ ਖਿਲਾਫ ਇਰਾਦਾ ਕਤਲ ਜਿਹੜਾ ਉਹਦਾ ਮਾਮਲਾ ਦਰਜ ਕਰ ਦਿੰਦੀ ਹੈ ਜੀ। ਦੇਖੋ ਤੁਸੀਂ ਇਹ ਦੇਖੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਤੇ 2 ਸਰਕਾਰਾਂ ਬੀਤ ਜਾਂਦੀਆਂ। ਉਦੋਂ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ, ਉਸ ਤੋਂ ਬਾਅਦ ਕੈਪਟਨ ਸਰਕਾਰ ਜਿਹੜੀ ਮੁੱਖ ਮੰਤਰੀ ਕੈਪਟਨ ਬਣਦੇ ਨੇ ਜੀ। ਇਨਸਾਫ ਨਹੀਂ ਮਿਲਦਾ। ਹੁਣ ਜਿਹੜਾ ਸਪਲੀਮੈਂਟਰੀ ਜਿਹੜਾ ਚਲਾਨ ਪੇਸ਼ ਕੀਤਾ ਬਰਗਾੜੀ ਬੇਅਦਬੀ ਕਾਂਡ ਦੇ ਉੱਤੇ ਜੁੜੇ ਬਹਿਬਲ ਕਲਾ ਕਾਂਡ ਤੇ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਗੋਲੀ ਕਾਂਡ ਦੀ ਜਾਂਚ ਕਰ ਰਹੇ ਸੀ ADGP LK ਯਾਦਵ। ਉਹਨਾਂ ਦੀ ਜਿਹੜੀ ਸਿੱਟ ਬਣੀ ਸੀਗੀ ਨਾ, ਉਹਨਾਂ ਨੇ 2400 ਤੋਂ ਵੱਧ ਪੇਜਾਂ ਦਾ ਇੱਕ ਸਪਲੀਮੈਂਟਰੀ ਚਲਾਨ ਫਰੀਦਕੋਟ ਦੀ ਅਦਾਲਤ 'ਚ ਮੈਜਿਸਟ੍ਰੇਟ ਅਜੇਪਾਲ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ ਹੈ। ਦੇਖੋ ਜਿਨ੍ਹਾਂ ਨੇ ਵੀ ਇਹ ਬੇਅਦਬੀ ਕੀਤੀ ਹੈ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਚਲਾਨ ਪੇਸ਼ ਕੀਤਾ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ, ਸਾਬਕਾ DGP ਸੁਮੇਸ਼ ਸਿੰਘ ਸੈਣੀ, ਪ੍ਰਕਾਸ਼ ਸਿੰਘ ਬਾਦਲ ਸਾਬਕਾ ਜਿਹੜੇ ਮੁੱਖ ਮੰਤਰੀ ਨੇ, ਪਰਮਰਾਜ ਸਿੰਘ ਉਮਰਾ ਨੰਗਲ ਸਾਬਕਾ ਪੁਲਿਸ ਕਮਿਸ਼ਨਰ ਵੀ ਰਹੇ ਨੇ ਲੁਧਿਆਣੇ ਦੇ, ਰਣਜੀਤ ਸਿੰਘ ਸ਼ਰਮਾ SSP ਮੋਗਾ, ਅਮਰ ਸਿੰਘ ਚਾਲ ਸਾਬਕਾ DIG ਰਹੇ ਨੇ ਫਿਰੋਜ਼ਪੁਰ ਦੇ, ਸੁਖਮਿੰਦਰ ਮਾਨ SSP ਫਰੀਦਕੋਟ ਦੇ ਰਹੇ ਨੇ, ਗੁਰਦੀਪ ਸਿੰਘ ਸ਼ੇਖੋ ਜਿਹੜੇ ਗੁਰਦੀਪ ਸਿੰਘ SHO ਰਹੇ ਨੇ ਸਿਟੀ ਕੋਟਕਪੂਰਾ ਦੇ, ਇਹਨਾਂ ਨੂੰ ਆਰੋਪੀ ਬਣਾਇਆ ਗਿਆ। ਹੁਣ ਦੇਖੋ ਇਹਦੇ 'ਚ ਸੱਚਾਈ ਕੀ ਹੈ, ਕਿਸੇ ਨੂੰ ਸਜ਼ਾ ਹੋਏਗੀ ਜਾਂ ਨਹੀਂ ਹੋਏਗੀ, ਕੋਈ ਬਰੀ ਹੋ ਜਾਏਗਾ, ਇਹ ਦੇਖਣਾ ਅਦਾਲਤ ਦਾ ਕੰਮ ਹੈ। ਪਰ ਜਿਹੜੀਆਂ ਘਟਨਾਵਾਂ ਹੋ ਰਹੀਆਂ ਧਾਰਮਿਕ ਗ੍ਰੰਥਾਂ ਦੀਆਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ, ਇਹ ਬੇਹੱਦ ਮੰਦਭਾਗੀਆਂ ਘਟਨਾਵਾਂ ਹੈ। ਤੁਹਾਨੂੰ ਇਹ ਵੀ ਯਾਦ ਹੋਣਾ ਕਿ 24 ਫਰਵਰੀ 2023 ਨੂੰ ਪਹਿਲਾ ਚਲਾਨ ਪੇਸ਼ ਕੀਤਾ ਸੀਗਾ ਤੇ ਆਰੋਪੀਆਂ ਦੇ ਖਿਲਾਫ ਮੁਕੱਦਮਾ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਕੋਲੋਂ CRPC ਦੀ ਧਾਰਾ 197 ਦੇ ਤਹਿਤ ਜਿਹੜੀ ਮਨਜ਼ੂਰੀ ਮਿਲੀ ਸੀ ਤੇ ਸਿੱਟ ਨੇ 24 ਫਰਵਰੀ 2023 ਨੂੰ ਧਾਰਾ 173 ਦੇ ਤਹਿਤ ਪਹਿਲਾ ਚਲਾਨ ਜਿਹੜਾ ਪੇਸ਼ ਕੀਤਾ ਸੀ ਤੇ ਕਿਹਾ ਜਾ ਰਿਹਾ 7000 ਪੇਜਾਂ ਦੀ ਜਿਹੜੀ ਇਹ ਰਿਪੋਰਟ ਬਣਾਈ ਸੀ। ਹੁਣ ਤੁਸੀਂ ਦੇਖੋ ਜਿਹੜੀ ਘਟਨਾ ਕੱਲ੍ਹ ਹੋਈ ਹੈ ਬਹੁਤ ਮੰਦਭਾਗੀ ਹੈ। ਇਹ ਕਿਸ ਤਰ੍ਹਾਂ ਮੋਰਿੰਡੇ ਦੇ ਇਤਿਹਾਸਿਕ ਗੁਰਦੁਆਰਾ ਕੋਤਵਾਲੀ ਸਾਹਿਬ ਜੋ ਵੀ ਹੋਇਆ ਸਭ ਨੇ ਉਹ ਚੀਜ਼ਾਂ ਦੇਖੀਆਂ, ਮੈਂ ਦੁਹਰਾਉਣਾ ਨਹੀਂ ਚਾਹੁੰਦਾ। ਪਰ ਦੇਖੋ ਕਿਆ ਬਾਅਦ ਦੇ ਵਿੱਚੋਂ ਇਹ ਬੜੀ ਬਹਿਸ ਦਾ ਵਿਸ਼ਾ ਬਣ ਗਿਆ ਕਿ ਇਹ ਆਰੋਪੀ ਜਿਹੜੇ ਨੇ ਬਚ ਜਾਂਦੇ ਨੇ। ਉਸ ਤੋਂ ਬਾਅਦ ਕਿਆ ਕਾਨੂੰਨ ਸਖਤ ਹੋਣਾ ਚਾਹੀਦਾ ਹੈ? ਇਹ ਲੋਕ ਕਿਉਂ ਇਸ ਤਰ੍ਹਾਂ ਕਰਦੇ ਨੇ, ਇਹ ਸਮਝ ਤੋਂ ਪਰੇ ਹੈ। ਪੰਜਾਬ ਸ਼ਾਂਤ ਸੂਬਾ ਹੈ। ਦੇਖੋ ਹਰ ਧਰਮ ਦਾ ਸਨਮਾਨ ਹਰ ਧਰਮ ਦੇ ਬੰਦੇ ਨੂੰ ਕਰਨਾ ਚਾਹੀਦਾ ਹੈ। ਧਰਮ ਸਾਰਿਆਂ ਦੇ ਹੀ ਹੈ, ਕੋਈ ਈਸ਼ਵਰ ਤੇ ਕੀ ਹੈ ਨਾ, ਉਹਨੂੰ ਕਿਸ ਤਰ੍ਹਾਂ ਦੇ ਰੂਪ 'ਚ ਵੀ ਤੁਸੀਂ ਉਹਨੂੰ ਮੰਨ ਲਓ। ਇਹ ਬਹੁਤ ਮੰਦਭਾਗੀ ਘਟਨਾ ਹੈ। ਕੱਲ੍ਹ ਦੇਖੋ ਅਜੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਵੀ ਕਿਸੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ। ਉੱਤੇ ਗੰਭੀਰ ਧਾਰਾਵਾਂ ਦਾ ਜਿਹੜਾ ਮਾਮਲਾ ਵੀ ਦਰਜ ਕਰ ਲਿਆ ਗਿਆ, ਪਰ ਉਹਦੀ ਛਿੱਤਰ ਪਰੇਡ ਵੀ ਕੀਤੀ ਹੈ ਲੋਕਾਂ ਵੱਲੋਂ ਤੇ ਚੰਗੀ ਗੱਲ ਹੈ।
ਉਹ ਬਾਅਦ ਚੋਂ ਦੱਸਦਾ ਕਿ ਮੇਰਾ ਨਾਂ ਜੱਸੀ ਹੈ, ਮੈਂ ਉੱਥੇ ਬਿਜਲੀ ਦਾ ਕੰਮ ਕਰਦਾ ਹਾਂ। ਵੀ ਤੂੰ ਤੇਰੀ ਚੰਗਾ ਭਲਾ ਦੇਖੋ, ਤੂੰ ਉਹ ਵੀ ਸਿੱਖੀ ਸਰੂਪ ਵਾਲਾ ਸੀਗਾ ਲੜਕਾ ਜਿਹਨੇ ਕੱਲ ਉਹ ਕੰਮ ਕੀਤਾ, ਵੀ ਤੂੰ ਇਹ ਕਿਉਂ ਕਰ ਰਿਹਾ ਹੈ? ਕੀ ਤੇਰਾ ਦਿਮਾਗ ਖਰਾਬ ਹੋ ਗਿਆ? ਤੇਰਾ ਵਾਕਈ ਛੱਤਰ ਖਾਨ ਨੂੰ ਜੀ ਕਰਦਾ ਤੇ ਕਿਤੇ ਹੋਰ ਖਾ ਲੈਂਦਾ, ਬਿਜਲੀ ਦੇ ਪਲੱਗ 'ਚ ਤਾਰਾਂ ਉਂਗਲ ਦੇ ਦਿੰਦਾ ਕੱਢ ਕੇ ਤਾਰ, ਆਪੇ ਝਟਕੇ ਵੱਜ ਜਾਣੀ ਤੈਨੂੰ ਬੱਤੀ ਦੇ। ਵੀ ਤੂੰ ਇਹ ਕਿਉਂ ਕੰਮ ਕਰਦਾ? ਉੱਥੇ ਸੰਗਤਾਂ ਨਾ ਹੁੰਦੀਆਂ, ਉੱਥੇ ਇਕੱਲੇ ਪਾਠੀ ਹੁੰਦੇ ਜਾਂ ਮਤਲਬ ਹੋਰ ਕੋਈ ਬੇਅਦਬੀ ਕਰਦਾ। ਇਹ ਬਹੁਤ ਇਹਦੀ ਜਿੰਨੀ ਨਿੰਦਾ ਕੀਤੀ ਜਾਏ ਇਹ ਪ੍ਰਿੰਸ ਓਨੀ ਹੀ ਘੱਟ ਆ। ਤੇ ਮੇਰੀ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਇਹ ਬੇਨਤੀ ਹੈ ਵੀ ਇਹਨੂੰ ਰਾਜਨੀਤਿਕ ਮੁੱਦਾ ਨਹੀਂ ਬਣਾਉਣਾ ਚਾਹੀਦਾ। ਧਰਮ ਸਭ ਦੇ ਇੱਕੋ ਹੈ। ਵੈਸੇ ਤੇ ਕੱਲ ਲੋਕਾਂ ਨੇ ਪ੍ਰਦਰਸ਼ਨ ਵੀ ਕੀਤਾ, ਪੁਲਿਸ ਨੇ ਵੀ ਬੜੀ ਜਲਦੀ ਐਕਸ਼ਨ ਲਿਆ ਤੇ ਮਾਨ ਸਾਹਿਬ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਤੇ ਪੰਜਾਬ ਦਾ ਭਾਈਚਾਰਾ ਇਹਨਾਂ ਦੇਖੋ ਉਦੋਂ ਨਹੀਂ ਟੁੱਟਿਆ। ਤੇ ਇਸ ਕਰਕੇ ਇਹ ਜਿਹੜੇ ਕੁਝ ਪਾਗਲ ਲੋਕ ਨੇ ਨਾ, ਇਹਨਾਂ ਦੇ ਖਿਲਾਫ ਕੁਝ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਕਿ ਕਿਹਾ ਜਾਂਦਾ ਇੱਕ ਕਾਂ ਮਾਰ ਕੇ ਟੰਗ ਦਿਓ। ਦੇਖੋ ਉਸ ਤੋਂ ਬਾਅਦ ਵੀ ਘਟਨਾਵਾਂ ਹੋਈਆਂ ਤੇ ਸੰਗਤਾਂ ਨੇ ਕੁੱਟ-ਕੁੱਟ ਮਾਰਤੇ ਸੀ ਬੰਦੇ, ਤੇ ਜੇ ਇਹ ਕੱਲ ਕਾਬੂ ਆ ਜਾਂਦਾ ਲੋਕਾਂ ਦੇ, ਜਿਵੇਂ ਲੋਕੀ ਕਹਿੰਦੇ ਸੀ ਧਰਨੇ ਲਾਤੇ ਵੀ ਸਾਡੇ ਹਵਾਲੇ ਕਰੋ ਤੇ ਇਹਨੂੰ ਸਿਖਾਉਂਦੇ ਆ ਸਬਕ ਵੀ ਇਹ ਕੌਣ ਹੁੰਦਾ ਹੈ। ਤੇ ਇਸ ਕਰਕੇ ਇਹ ਚੀਜ਼ਾਂ ਨਹੀਂ ਵਾਪਰਨੀਆਂ ਚਾਹੀਦੀਆਂ। ਡਾਕਟਰ ਸਾਹਿਬ, ਜਲੰਧਰ ਜਿਮਣੀ ਚੋਣਾਂ ਹੁਣ ਪਾਰਟੀਆਂ ਦੀ ਮੁੱਛ ਦਾ ਸਵਾਲ ਬਣ ਰਹੀਆਂ ਨੇ ਤੇ ਪਿਛਲੇ ਦਿਨੀ ਜਿਹੜੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਉਸ ਨੂੰ ਲੈ ਕੇ ਜਿਹੜੇ ਉਹ ਮੁਖਤਾਰ ਅੰਸਾਰੀ ਦੇ ਮੁੱਦੇ ਤੇ ਮੌਜੂਦਾ ਸੀਐਮ ਤੇ ਸਾਬਕਾ ਸੀਐਮ ਆਮੋ ਸਾਹਮਣੇ ਨਜ਼ਰ ਆਏ ਨੇ। ਪਹਿਲੇ ਤਾਂ ਤੁਹਾਡੀ ਗੱਲ ਦਾ ਜਿਹੜਾ ਜਵਾਬ ਹੈ ਨਾ ਜੀ, ਲੋਕ ਸਭਾ ਜਿਮਨੀ ਚੋਣਾਂ ਵਾਕਈ ਜਿਹੜੀਆਂ ਉਹ ਮੁੱਛ ਦਾ ਸਵਾਲ ਬਣ ਗਈਆਂ ਜੀ। ਆਮ ਆਦਮੀ ਪਾਰਟੀ ਦੇਖੋ ਹਰ ਕਦਮ ਜਿਹੜੀ ਹੈ ਉਹ ਬੜਾ ਸਮਝ ਕੇ ਰੱਖ ਰਹੀ ਹੈ। ਵੈਸੇ ਤੇ ਇਸ ਘਟਨਾ ਨੂੰ ਹੁਣ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਹੁਣ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਹੈ, ਉਹਨਾਂ ਨੇ ਇਹ ਸੂਹਾਂ ਲੈਣੀਆਂ ਸ਼ੁਰੂ ਕਰਤੀਆਂ ਵੀ ਕੀ ਅੰਮ੍ਰਿਤਪਾਲ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਤੇ ਜਿਸ ਤਰ੍ਹਾਂ ਸੂਝ-ਬੂਝ ਦਿਖਾਈ ਹੈ ਪੁਲਿਸ ਨੇ ਤੇ ਸਰਕਾਰ ਨੇ, ਵੀ ਉਸ ਗ੍ਰਿਫਤਾਰੀ ਦਾ ਫਾਇਦਾ ਹੋਏਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਾਂ ਫਿਰ ਨਹੀਂ ਹੋਏਗਾ। ਪਰ ਇਹ ਕਾਂਗਰਸ ਦੀ ਤੁਹਾਨੂੰ ਪਤਾ ਕਿਵੇਂ ਜ਼ੋਰ ਲੱਗਿਆ, ਭਾਵੇਂ ਅੰਦਰੋਂ ਜਿੰਨੇ ਮਰਜ਼ੀ ਪਾਰਟੀ ਹੋਣ ਉਹ ਕੋਸ਼ਿਸ਼ ਕਰ ਰਹੇ ਵੀ ਸੀ ਇਕਜੁੱਟਿਆਂ, ਨਵਜੋਤ ਸਿੰਘ ਸਿੱਧੂ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਮੰਚ ਤੇ ਨਜ਼ਰ ਆਏ ਸੀ। ਦੂਜੇ ਪਾਸੇ ਦੇਖੋ 10 ਲੋਕਾਂ ਨੂੰ NSA ਲਾ ਕੇ ਸਮੇਤ ਅੰਮ੍ਰਿਤਪਾਲ ਡਿਬਰੂਗੜ੍ਹ ਜੇਲ੍ਹ 'ਚ ਭੇਜਿਆ ਗਿਆ ਅਸਾਮ ਦੇ ਵਿੱਚ। ਹੁਣ ਕਿਤੇ ਲੋਕਾਂ ਦੇ ਵਿੱਚ ਇਹਦਾ ਰੋਸ਼ ਤੇ ਨਹੀਂ ਜਾਏਗਾ? ਦੇਖੋ ਜਿਹੜੀ ਸਿੱਖ ਸੰਗਠਨ ਹੈ ਵੀ ਉਹਨੂੰ ਕਿਸ ਤਰ੍ਹਾਂ ਦੇਖਦੇ ਨੇ ਲੋਕ, ਉੱਥੋਂ ਕਿਸ ਤਰ੍ਹਾਂ ਸੋਚਦੇ ਨੇ। ਹਾਲਾਂਕਿ ਅੰਮ੍ਰਿਤਪਾਲ ਸਿੰਘ ਦੇ ਵੱਲ ਝੁਕਾਵ ਲੋਕਾਂ ਦਾ ਬਹੁਤ ਜ਼ਿਆਦਾ ਨਹੀਂ, ਖਾਸ ਕਰਕੇ ਜਲੰਧਰ ਦੇ ਵਿੱਚ, ਕਿਉਂਕਿ ਜਲੰਧਰ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ, ਤੁਹਾਨੂੰ ਯਾਦ ਹੋਣਾ ਵੀ ਗੁਰਦੁਆਰਾ ਸਾਹਿਬ ਜਾ ਕੇ ਫਰਨੀਚਰ ਦੀ ਤੋੜ-ਫੋੜ ਕੀਤੀ ਸੀ, ਜਿਹਦਾ ਬਾਅਦ 'ਚ ਬਹੁਤ ਜ਼ਿਆਦਾ ਵਿਰੋਧ ਹੋਇਆ ਸੀ। ਹੁਣ ਆਮ ਆਦਮੀ ਪਾਰਟੀ, ਅਕਾਲੀ ਦਲ ਦੇਖੋ ਉਹਨਾਂ ਨੇ ਉੱਥੇ ਡਿਬਰੂਗੜ੍ਹ ਆਪਣੇ ਵਕੀਲਾਂ ਦਾ ਇੱਕ ਪੈਨਲ ਵੀ ਭੇਜਿਆ ਸੀਗਾ, ਭਗਵੰਤ ਸਿੰਘ ਸਿਆਲਕਾ ਨੇ ਉਹਨਾਂ ਦੇ ਐਡਵੋਕੇਟ ਹੋ ਗਏ ਸੀਗੇ, ਮਨਦੀਪ ਸਿੱਧੂ ਜਿਹੜੇ ਕਿ ਮਹਿਰੂਮ ਉਹਦੇ ਦੀਪ ਸਿੱਧੂ ਦੇ ਭਾਈ ਭਰਾ ਨੇ ਤੇ ਨਾਲ ਇੱਕ ਹੋਰ ਵਕੀਲ ਸਾਹਿਬ ਸੀ, ਉਹਨਾਂ ਨੂੰ ਮਿਲ ਕੇ ਵੀ ਆਏ ਆ। ਹੁਣ ਕਿਹਾ ਜਾ ਰਿਹਾ ਉਹਨਾਂ ਦਾ ਪਰਿਵਾਰ ਵੀ ਉੱਥੇ ਜਾਏਗਾ, ਉਹਨਾਂ ਨੂੰ ਮਿਲਣ ਜਾਏਗਾ। ਇਹ ਸਾਰੀਆਂ ਚੀਜ਼ਾਂ ਵੀ ਅਕਾਲੀ ਦਲ ਦੇਖੋ, ਕੋਈ ਸ਼ੱਕ ਨਹੀਂ ਹੈ ਵੀ ਪਾਰਟੀਆਂ ਇਹ ਸਾਰੇ ਮੁੱਦੇ ਬਣਾਉਣ ਦੀ ਕੋਸ਼ਿਸ਼ ਕਰਦੀਆਂ ਹੁੰਦੀਆਂ। ਬੀਜੇਪੀ ਨੂੰ ਵੀ ਡਰ ਪੈ ਰਿਹਾ ਵੀ ਹਾਲਾਂਕਿ ਉਹਨਾਂ ਨੇ ਅਕਾਲੀ ਦਲ ਦਾ ਇੰਦਰ ਅਟਵਾਲ ਜਿਹੜੇ ਆ ਆਪਣੇ ਉਮੀਦਵਾਰ ਬਣਾਏ ਨੇ, ਕਹਿੰਦੇ ਜੋ ਮਰਜ਼ੀ ਹੈ। ਕੱਲ ਕੈਪਟਨ ਅਮਰਿੰਦਰ ਸਿੰਘ ਵੀ ਆਏ ਸੀਗੇ, ਉਹਨਾਂ ਦੇ ਪੱਖ 'ਚ ਉਹਨਾਂ ਨੇ ਪ੍ਰਚਾਰ ਵੀ ਕੀਤਾ ਹੈ, ਪ੍ਰੈਸ ਕਾਨਫਰੰਸ ਵੀ ਕੀਤੀ ਹੈ। ਤੇ ਹੁਣ ਇਹ ਵੀ ਕਿਹਾ ਜਾ ਰਿਹਾ ਵੀ ਬੀਜੇਪੀ ਕੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵੀ ਇੱਥੇ ਲੈ ਕੇ ਆ ਸਕਦੀ ਹੈ, ਜਾਂ ਕੋਈ ਹੋਰ ਵੱਡਾ ਚਿਹਰਾ ਜਿਹਦੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ ਜਾਂ ਫਿਰ ਅਮਿਤ ਸ਼ਾਹ ਵਰਗੇ ਕੱਦਾਵਰ ਨੇਤਾ ਹੋਣ, ਉਹਨਾਂ ਨੂੰ ਜਲੰਧਰ ਲਿਆਇਆ ਜਾ ਸਕਦਾ ਹੈ। ਕਿਉਂਕਿ ਇਸ ਵੇਲੇ ਜਿਵੇਂ ਆਮ ਆਦਮੀ ਪਾਰਟੀ ਕਦੇ ਨਹੀਂ ਚਾਹੇਗੀ ਜਿਵੇਂ ਸੰਗਰੂਰ ਦੇ ਵਿੱਚ ਉਹਨਾਂ ਨਾਲ ਹੋਇਆ, ਮਾਨ ਸਾਹਿਬ ਦੀ ਆਪਣੀ ਸੀਟ ਹਾਰ ਗਈ ਉੱਥੋਂ ਤੇ ਉਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ, ਤੁਹਾਨੂੰ ਯਾਦ ਹੋਣਾ, ਉਹ ਇਹਨਾਂ ਤੇ ਭਾਰੀ ਪਿਆ ਸੀ। ਇਸ ਕਰਕੇ ਸਾਰੀਆਂ ਪਾਰਟੀਆਂ ਦਾ ਜ਼ੋਰ ਲੱਗਾ। ਉਹਦੇ ਦੂਜੇ ਪਾਸੇ ਲੋਕ ਇਨਸਾਫ ਪਾਰਟੀ ਦੇ ਜਿਹੜੇ ਬੈਂਸ ਬ੍ਰਦਰ ਨੇ ਉਹ ਵੀ ਬੀਜੇਪੀ ਦੇ ਆਗੂਆਂ ਨੂੰ ਮਿਲਾਏ ਨੇ, ਹਾਲਾਂਕਿ ਉਹਨਾਂ ਦਾ ਆਧਾਰ ਜ਼ਿਆਦਾ ਲੁਧਿਆਣੇ 'ਚ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਅਸਰ ਪਾਏਗਾ। ਹੁਣ ਪਹਿਲੇ ਨੰਬਰ ਤੇ ਕੌਣ ਰਹਿੰਦਾ ਹੈ, ਦੂਜੇ ਨੰਬਰ ਤੇ ਕੌਣ ਰਹਿੰਦਾ, ਇਹ ਬੜੀ ਉੱਥੇ ਖਿੱਚਤਾਨ ਬਣੀ ਹੋਈ ਹੈ। ਕੋਈ ਵੀ ਪਾਰਟੀ ਦੇਖੋ 2024 ਦੇ ਵਿੱਚ ਲੋਕ ਸਭਾ ਚੁਣਾਵ ਨੇ ਤੇ ਪਾਰਟੀਆਂ, ਕੱਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਵੀ ਮੋਦੀ ਦੀ ਕਾਰਗੁਜ਼ਾਰੀਆਂ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਲੋਕਾਂ ਨੂੰ ਤੇ ਤੁਸੀਂ ਵੋਟ ਜ਼ਰੂਰ ਪਾਓਗੇ। ਉਹਨਾਂ ਤੇ ਕਾਂਗਰਸ ਦੀ ਬੜੀਆਂ ਗੱਲਾਂ ਕੀਤੀਆਂ ਵੀ ਕਹਿੰਦੇ AK ਐਂਟਨੀ ਰੱਖਿਆ ਮੰਤਰੀ ਰਹੇ ਕਿੰਨਾ ਚਿਰ, ਇਹਨਾਂ ਨੇ ਕੁਛ ਕੀਤਾ ਹੀ ਨਹੀਂ। ਭਾਈ ਕੁਛ ਨਹੀਂ ਕੀਤਾ ਤੇ ਤੁਸੀਂ ਉਦੋਂ ਬੋਲਦੇ ਜੀ। ਤੇ ਕਹਿੰਦੇ ਮੈਂ ਕੈਪਟਨ ਆ ਫੌਜ ਦਾ, ਮੈਨੂੰ ਪਤਾ ਵੀ ਕਿਵੇਂ ਕੰਮ ਹੁੰਦੇ ਆ, ਵੀ ਸਾਡੇ ਕੋਲ ਨਾ ਜਹਾਜ਼ ਆ ਨਾ ਸਾਡੇ ਕੋਲ ਹਥਿਆਰਾਂ ਦੀ ਸ਼ਾਰਟ ਹੈ 1962 'ਚ ਵੀ, ਤੇ ਹੁਣ ਵੀ ਹਥਿਆਰ ਸਾਡੇ ਕੋਲ ਸ਼ਾਰਟ ਨੇ। ਤੇ ਮੋਦੀ ਸਾਹਿਬ ਹੁਣ ਵਧੀਆ ਕੰਮ ਕਰ ਰਹੇ ਆ
ਤੇ ਚਲੋ ਇਹਨਾਂ ਨੇ ਤੇ ਗੁਣਗਾਨ ਕਰਨਾ ਹੀ ਹੈ ਵੀ ਕੈਪਟਨ ਸਾਹਿਬ ਨੇ ਉੱਥੇ ਹੈ। ਤੇ ਹੁਣ ਜਿਹੜਾ ਹੁਣ ਜਿਹੜੀ ਹੋਰ ਆਮ ਆਦਮੀ ਪਾਰਟੀ ਨੂੰ ਜਿਹੜੀ ਚੀਜ਼ ਤੰਗ ਕਰ ਰਹੀ ਹੈ ਨਾ ਉੱਥੇ, ਉਹ ਤੰਗ ਕਰ ਰਹੀ ਹੈ ਜਿਹੜਾ ਲੇਡੀਜ਼ ਨੂੰ 1,000 ਰੁਪਏ ਦਾ ਜਿਹੜਾ ਵਾਅਦਾ ਕੀਤਾ ਸੀ ਨਾ ਇਹਨਾਂ ਨੇ, ਉਹ ਦਿੱਤਾ ਨਹੀਂ। ਇੱਕ ਅੱਜ ਹੀ ਵੀਡੀਓ ਵਾਇਰਲ, ਆਡੀਓ ਵਾਇਰਲ ਹੋ ਰਹੀ ਹੈ ਵੀ ਜਿਹਦੇ 'ਚ ਲੇਡੀ ਕਹਿ ਰਹੀ ਹੈ ਵੀ ਆਣ ਹਾਂ ਭਲਾ ਵੋਟ ਮੰਗਣ, ਇਹਨਾਂ ਨੂੰ ਪੁੱਛਾਂਗੇ। ਆਡੀਓ ਜਿਹੜੀ ਰਿਕਾਰਡਿੰਗ ਹੈ ਉਹ ਵਾਇਰਲ ਹੋ ਰਹੀ ਹੈ ਪੂਰੀ। ਹੁਣ ਇਹਦੀ ਸੱਚਾਈ ਕੀ ਹੈ, ਕੀ ਵਾਕਈ ਇਹ ਸੱਚੀ ਆਡੀਓ ਹੈ ਜਾਂ ਨਹੀਂ, ਇਹ ਤੇ ਨਹੀਂ ਪਤਾ, ਪਰ ਜਿਹੜੀ ਹੋ ਰਹੀ ਹੈ ਮੈਂ ਤੁਹਾਨੂੰ ਦੱਸ ਦਿੰਦਾ। ਉਹ ਲੇਡੀ ਆਪਣੇ ਘਰ ਵਾਲੇ ਨਾਲ ਗੱਲ ਕਰਦੀ ਹੈ, ਜਿਹਦੇ 'ਚ ਕਹਿੰਦੀ ਹੈ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਅਰਵਿੰਦ ਕੇਜਰੀਵਾਲ ਦਾ ਵਾਅਦਾ ਕੀਤਾ ਸੀ ਸਾਡੇ ਨਾਲ 1,000 ਰੁਪਇਆ ਦੇਵਾਂਗੇ, ਤੇ ਸਰਕਾਰ ਬਣਿਆ ਨੂੰ ਹੋ ਗਏ 13 ਮਹੀਨੇ। ਮੇਰੇ 1,000 ਰੁਪਏ ਦੇ ਹਿਸਾਬ ਨਾਲ ਮੇਰਾ 13,000 ਬਣ ਗਿਆ। 2 ਮੇਰੀਆਂ ਕਹਿੰਦੀ ਕੁੜੀਆਂ 18 ਸਾਲ ਤੋਂ ਵੱਧ ਉਹਨਾਂ ਦੀ ਉਮਰ ਆ, 12,000 ਉਹਨਾਂ, 13,000 ਉਹਨਾਂ ਦਾ ਬਣ ਗਿਆ। ਸਾਡਾ ਪਹਿਲੇ ਦਿਓ 39,000 ਰੁਪਇਆ, ਫੇਰ ਇਹਨਾਂ ਨੂੰ ਵੜਨ ਦੇਣਾ, ਨਹੀਂ ਤੇ ਝਾੜੂ ਵਾਲਿਆਂ ਨੂੰ ਅਸੀਂ ਜਿਹੜਾ ਆਉਣਗੇ ਤੇ ਪੂਰੇ ਮਹੱਲੇ ਦੀਆਂ ਜਿਹੜੀਆਂ ਜਨਾਨੀਆਂ ਉਹ ਇਕੱਠੀਆਂ ਹੋ ਕੇ ਇਹਨਾਂ ਨੂੰ ਭਜਾ ਦਿਆਂਗੇ। ਇਹਨਾਂ ਨੂੰ ਚਾਹ ਹੋਏ ਕਿ ਉਹ ਘਰ ਵਾਲਾ ਦਾ ਕਹਿੰਦਾ ਵੀ ਨਹੀਂ ਆਮ ਆਦਮੀ ਪਾਰਟੀ ਚੰਗਾ ਕੰਮ ਕਰ ਰਹੀ ਹੈ, ਆਉਣਗੇ ਇਹਨਾਂ ਨੂੰ ਚਾਹ ਪਾਣੀ ਪੁੱਛਣਾ ਤੇ ਇਹਨਾਂ ਨੂੰ ਕੁਝ ਬੋਲਣਾ ਨਹੀਂ। ਉਹ ਕਹਿੰਦੀ ਚਾਹ ਪਾਣੀ ਦੀ ਗੱਲ ਕਰਦੇ ਹੋ, ਇਹ ਸਾਡੇ ਪੈਸੇ ਖਾ ਗਏ। ਮਤਲਬ ਲੋਕ ਇਹ ਸਮਝਣ ਲੱਗ ਗਏ ਸੀ ਵੀ 1,000 ਰੁਪਇਆ ਸਾਨੂੰ ਪਹਿਲੇ ਦਿਨ ਮਿਲ ਹੀ ਜਾਣਾ। ਤੁਹਾਨੂੰ ਯਾਦ ਹੋਣਾ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੇ ਆਪ ਆ ਕੇ ਗਰੰਟੀ ਦਿੱਤੀ ਸੀ ਤੇ ਫਾਰਮ ਵੀ ਭਰੇ ਸੀ ਵੀ ਕਹਿੰਦੇ ਵੀ ਇਹ ਉਹ ਨਹੀਂ ਆ ਵੀ ਪਹਿਲੀ ਸਰਕਾਰ ਹੋਵੇ ਵੀ ਫੋਕੇ ਵਾਅਦੇ ਆ, ਅਸੀਂ ਤੇ ਜੋ ਕਹਿੰਦੇ ਆ ਉਹ ਕਰਦੇ ਆ। ਤੇ ਹੁਣ ਦੇਖੋ 10 ਮਈ ਨੂੰ ਲੋਕ ਕਿਹਨੂੰ ਵੋਟਾਂ ਪਾਉਂਦੇ ਆ, ਕਿਹੜੇ ਬਟਨ ਤੇ ਟੀ ਨੱਪਦੇ ਆ, ਤੇ 13 ਮਈ ਨੂੰ ਰਿਜ਼ਲਟ ਆ ਜਾਣਾ। ਆਮ ਕਾਂਗਰਸ, ਆਮ ਆਦਮੀ ਪਾਰਟੀ, ਬੀਜੇਪੀ, ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਹੁਜਨ ਸਮਾਜ ਪਾਰਟੀ ਦਾ ਗਠਬੰਧਨ ਆ। ਆਪਣੇ ਮਾਨ ਸਾਹਿਬ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਦਾ ਵੀ ਉਮੀਦਵਾਰ ਹੈ। ਕੌਣ 1 ਨੰਬਰ ਤੇ ਆਊਗਾ ਤੇ ਕਿਹਦੀ ਜ਼ਮਾਨਤ ਜ਼ਬਤ ਹੋਊਗੀ ਉਦੋਂ ਪਤਾ ਲੱਗ ਜਾਣਾ। ਹੁਣ ਤੁਸੀਂ ਗੱਲ ਕੀਤੀ ਹੈ ਕੱਲ ਕੈਪਟਨ ਅਮਰਿੰਦਰ ਸਿੰਘ ਦੀ ਤੇ ਇਹਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਜੀ। ਕੈਪਟਨ ਅਮਰਿੰਦਰ ਸਿੰਘ ਨੂੰ ਕੱਲ ਪੱਤਰਕਾਰਾਂ ਨੇ ਸਵਾਲ ਪੁੱਛਿਆ ਵੀ ਤੁਹਾਡੇ ਰਹਿੰਦਿਆਂ ਮੁਖਤਾਰ ਅੰਸਾਰੀ ਨੂੰ ਕਈ ਮਹੀਨੇ, ਮਤਲਬ ਕਿਹਾ ਜਾਂਦਾ ਵੀ 26 ਮਹੀਨੇ ਕਿ 28 ਮਹੀਨੇ ਉੱਥੇ ਰੋਪੜ ਦੀ ਜੇਲ੍ਹ 'ਚ ਉਹਨੂੰ ਸੁਵਿਧਾਵਾਂ ਦਿੱਤੀਆਂ ਗਈਆਂ। ਤੇ ਫਿਰ ਵਾਰ-ਵਾਰ ਜਦੋਂ ਯੂਪੀ ਪੁਲਿਸ ਇਹਨਾਂ ਨੂੰ ਮੰਗਦੀ ਸੀ ਵੀ ਦਿਓ ਸਾਨੂੰ ਇਹਨੂੰ, ਮੁਖਤਾਰ ਅੰਸਾਰੀ ਸਾਨੂੰ 40-45 ਕੇਸਾਂ 'ਚ ਲੋੜਿੰਦਾ ਹੈ, ਤੇ ਇਹ ਵਾਪਸ ਨਹੀਂ ਕਰਦੇ। ਸੁਪਰੀਮ ਕੋਰਟ ਤੱਕ ਗਏ ਵੀ ਨਹੀਂ, ਹਾਲਾਂਕਿ ਵੀ ਬੰਦਾ ਨਹੀਂ ਵੀ ਜੇ ਕੋਈ ਮੰਗਦੇ ਟ੍ਰਾਂਜ਼ਿਟ ਰਿਮਾਂਡ ਤੇ ਤੁਸੀਂ ਲਿਆਂਦਾ ਸੀ, ਕੋਈ ਪੁੱਛ-ਗਿੱਛ ਕਰਕੇ ਉਹਨੂੰ ਵਾਪਸ ਕਰੋ ਵੀ ਤੁਸੀਂ ਇੱਥੇ ਖਾਤਰਦਾਰੀ ਕਰਦੇ ਰਹੇ ਹੋ। ਹਾਲਾਂਕਿ ਕਾਂਗਰਸ ਵਾਲਿਆਂ ਦਾ ਬਿਆਨ ਇਹ ਆ ਰਿਹਾ, ਸੁਖਪਾਲ ਸਿੰਘ ਖਹਿਰਾ ਦਾ, ਉਹ ਕਹਿ ਰਹੇ ਵੀ ਤੁਹਾਡੇ ਜਿਹੜੇ ਜੇਲ੍ਹ ਮੰਤਰੀ ਆ ਉਹਨਾਂ ਦੀ ਜੇਲ੍ਹਾਂ 'ਚ ਮਸਾਜ ਹੋ ਰਹੀਆਂ, ਤੇ ਜੇ ਇੱਥੇ ਰਹਿ ਗਿਆ ਤੇ ਇਹਦਾ ਮਤਲਬ ਇਹ ਥੋੜੀ ਆ ਵੀ ਤੁਸੀਂ ਜੇ ਉਹਨਾਂ ਨੇ ਗਲਤ ਕੀਤਾ ਤੇ ਇਹ ਵੀ ਗਲਤ ਕਰਨਗੇ। ਜਵਾਬ ਤੇ ਆਰੋਪ ਪ੍ਰਤਿਆਰੋਪ ਦੀ ਰਾਜਨੀਤੀ ਹਮੇਸ਼ਾ ਰਹੀ ਹੈ ਤੇ ਇਹ ਰਹਿਣੀ ਹੈ। ਹੁਣ ਕੈਪਟਨ ਸਾਹਿਬ ਨੇ ਇਹਦਾ ਕੋਈ ਗੋਲਮੋਲ ਜਿਹਾ ਜਵਾਬ ਦਿੱਤਾ ਸੀਗਾ ਵੀ ਉਹ ਟ੍ਰਾਂਜ਼ਿਟ ਰਿਮਾਂਡ ਤੇ ਆ ਗਏ, ਉਹ ਮੇਰੇ ਵੀ ਬਹੁਤਾ ਪੱਲੇ ਨਹੀਂ ਪਿਆ, ਕਿਉਂਕਿ ਇਹ ਮੁੱਦਾ ਤੇ ਸੀ, ਸਵਾਲ ਤੇ ਸੀ ਵੀ ਤੁਸੀਂ ਰੱਖਿਆ ਕਿਉਂ। ਉਹਦੇ ਤੇ ਕੋਈ ਐਡਾ ਸੰਗੀਨ ਆਰੋਪ ਤੇ ਸੀਗਾ ਨਹੀਂ ਵੀ ਉਹਨੇ ਇੱਕ ਫਰੌਤੀ ਮੰਗੀ ਸੀ 10 ਕਰੋੜ ਦੀ, ਵੀ ਠੀਕ ਹੈ ਤੂੰ ਕੋਈ ਪੁੱਛ-ਗਿੱਛ ਕਰ ਲਈ ਤੇ ਯੂਪੀ ਵਾਲਿਆਂ ਨੂੰ ਮੋੜ ਦਿਓ, ਪਰ ਤੁਸੀਂ ਉਹਦੀ ਆਪ ਭਗਤ ਕਰਦੇ ਰਹੇ। ਇੰਨਾ ਨਹੀਂ ਵੀ ਉਹਨੂੰ ਬਚਾਉਣ ਵਾਸਤੇ ਸੁਪਰੀਮ ਕੋਰਟ 'ਚ ਵਕੀਲ ਕੀਤਾ ਜਿਹਦੀ ਫੀਸ 11 ਲੱਖ ਰੁਪਇਆ ਪਰ ਪੇਸ਼ੀ ਆ, ਤੇ 11 ਲੱਖ ਰੁਪਏ ਤੇ 5 ਪੇਸ਼ੀਆਂ ਦਾ ਬਣ ਗਿਆ 55 ਲੱਖ। ਹੁਣ ਮਾਨ ਸਾਹਿਬ ਕਹਿੰਦੇ ਵੀ ਅਸੀਂ ਇਹ ਪੈਸਾ ਜਿਹੜਾ ਨਹੀਂ ਦੇਣਾ, ਇਹਦੇ ਲਈ ਭਾਵੇਂ ਸਾਨੂੰ ਕੋਰਟ 'ਚ ਜਾਣਾ ਪਵੇ ਤੇ ਉੱਥੇ ਵੀ ਜਾਵਾਂਗੇ, ਪਰ ਇਹ ਨਾ ਹੋਵੇ ਵੀ ਕੋਰਟ 'ਚ ਜਾ ਕੇ ਸਰਕਾਰ ਦਾ ਸਮਾਂ ਖਰਾਬ ਹੋਵੇ ਤੇ ਫਿਰ ਬਾਅਦ 'ਚੋਂ ਪੈਸੇ ਦੇਣੇ ਪੈਣ, ਇਹ ਨਾ ਹੋਵੇ। ਪਰ ਇਹ ਕਹਿੰਦੇ ਨੇ ਵੀ ਇਹ ਰਾਜਨੀਤੀ ਹੈ, ਵੱਡੇ ਲੀਡਰਾਂ ਦਾ ਕੰਮ ਹੈ, ਕਿਹਦੇ 'ਚ ਕੀ ਹੋਏਗਾ ਕਿਹਦੇ 'ਚ ਕੀ ਨਹੀਂ ਹੋਏਗਾ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ। ਹਾਲਾਂਕਿ ਨਵਜੋਤ ਸਿੰਘ ਸਿੱਧੂ ਵੀ ਬੜੇ ਇਹਨਾਂ ਤੇ ਆਰੋਪ ਲਗਾ ਰਹੇ ਸੀ ਉਦੋਂ ਕੇਜਰੀਵਾਲ ਸਾਹਿਬ ਤੇ, ਕਹਿੰਦੇ ਵੀ ਉਦੋਂ ਕਹਿੰਦੇ एक इंटरव्यू दी थी इन्होंने 20,000 करोड़ रुपया मैं रेता से बचाऊंगा, नशे से बचाऊंगा 30,000 करोड़ रुपया और करप्शन से पैसा कमाऊंगा, मेरे पास तो पैसा बहुत है, आ जाना है। तो हुण कहंदे वो पैसा कित्थे है। हुण कल जिहड़ी होर सवाल पत्रकारां ने मान साहब नूं पुछया, कहंदे भी तुसीं गल करदे सी उदों भी तुहाडे वेले बहुत सारे ऐसे मंत्री हैं जिन्हां ने करप्शन कीती, ਤੇ ਉਹ ਕਹਿੰਦੇ ਹਾਂ ਬਿਲਕੁਲ ਕੀਤੀ, ਮਾਫੀਆ ਸੀਗਾ ਚਲਾਉਂਦੇ ਹੀ, ਸੈਂਡ ਮਾਫੀਆ ਮੰਤਰੀ ਤੇ MLA ਚਲਾਉਂਦੇ ਰਹੇ। ਕਹਿੰਦੇ ਜਦੋਂ ਮੈਂ ਦਿੱਲੀ ਗਿਆ ਹਾਈ ਕਮਾਨ ਨੇ ਮੈਨੂੰ ਪੁੱਛਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੱਥੇ ਰੇਤ ਮਾਫੀਆ ਚੱਲ ਰਿਹਾ ਪੰਜਾਬ ਦੇ ਵਿੱਚ, ਸੈਂਡ ਮਾਫੀਆ ਚੱਲ ਰਿਹਾ, ਤੇ ਉਹ ਕਹਿੰਦੇ ਜੀ ਮੈਂ ਕਿਹਾ ਵੀ ਜੀ ਕਿਹਨੂੰ ਢਾਵਾਂ, ਇਹ ਲਓ ਫੜੋ ਲਿਸਟ, ਵੀ ਫਿਰ ਤੇ ਸਾਰਿਆਂ ਨੂੰ ਢਾਉਣਾ ਪੈ ਜਾਣਾ। ਇਸ ਕਰਕੇ ਕਹਿੰਦੇ ਫਿਰ ਹਾਈ ਕਮਾਨ ਨਹੀਂ ਚੁੱਪ ਕਰ ਗਿਆ। ਫਿਰ ਅੱਗੋਂ ਪੱਤਰਕਾਰ ਨੇ ਪੁੱਛਿਆ ਵੀ ਤੁਸੀਂ ਹੁਣ 40 ਜਿਹੜੇ ਬੰਦੇ ਆ ਜਿਨ੍ਹਾਂ ਨੇ ਚੋਰੀ ਕੀਤੀ ਉਹਨਾਂ ਦੇ ਨਾਂ ਜਨਤਕ ਕਰ ਦਿਓ ਜੀ, ਤੇ ਕੈਪਟਨ ਸਾਹਿਬ ਕਹਿੰਦੇ ਨਾ ਮੈਂ ਕਿਉਂ ਜਨਤਕ ਕਰਾਂ। ਮਤਲਬ ਵੇਖੋ ਨਾ, ਹੁਣ ਕੈਪਟਨ ਸਾਹਿਬ ਨੂੰ ਚਾਹੀਦਾ ਵੀ ਤੁਸੀਂ ਪੰਜਾਬ ਨਾਲ ਪਿਆਰ ਕਰਦੇ ਹੋ ਤੇ ਪੰਜਾਬ ਨੂੰ ਲੁੱਟਣ ਵਾਲਿਆਂ ਦੇ ਨਾਂ ਤਾਂ ਨਸ਼ਰ ਹੋਣੇ ਹੀ ਚਾਹੀਦੇ ਆ ਨਾ, ਇਹ ਜਿਹੜੀ ਸਭ ਤੋਂ ਜਿਹੜੀ ਵੱਡੀ ਗੱਲ ਹੈ। ਪਰ ਕਹਿੰਦੇ ਫਿਰ ਲੀਡਰਾਂ ਨੇ ਜਦੋਂ ਕਦੀ ਆਉਣਾ ਹੈ ਲੋਕਾਂ 'ਚ। ਕੱਲ ਉਹਨਾਂ ਨੇ ਵੈਸੇ ਕਿਹਾ ਸੀ ਕਿ ਮੇਰੀ
ਸਪਾਈਨ ਦੀ ਸਰਜਰੀ ਹੋਈ ਸੀ ਤਾਂ ਮੈਂ ਬਹੁਤ ਦੇਰ ਲੋਕਾਂ 'ਚ ਨਹੀਂ ਆ ਸਕਿਆ। ਦੇਖੋ ਹੁਣ ਤੈਅ ਲੋਕਾਂ ਨੇ ਕਰਨਾ ਫਿਰ ਵੀ ਕਰਨਾ ਕੀ ਹੈ, ਵੋਟ ਕਿਹਨੂੰ ਪਾਣੇ ਆ। ਡਾਕਟਰ ਸਾਹਿਬ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਗ੍ਰਹਿ ਮੰਤਰਾਲੇ ਵੱਲੋਂ, ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਰਿਪੋਰਟ ਮੰਗ ਲਈ ਗਈ ਹੈ, ਤੇ ਕੀ ਜਲੰਧਰ ਜ਼ਿਮਨੀ ਚੋਣਾਂ ਵਿੱਚ ਅੰਮ੍ਰਿਤਪਾਲ ਮੁੱਦਾ ਬਣ ਸਕਦਾ? ਮੈਂ ਤੁਹਾਨੂੰ ਪਹਿਲੇ ਹੀ ਕਿਹਾ ਵੀ ਬਿਲਕੁਲ ਬਣ ਸਕਦਾ ਹੈ। ਕੁਝ ਪਾਰਟੀਆਂ ਚਾਹਣਗੀਆਂ ਵੀ ਦੇਖੋ, ਹਾਲਾਂਕਿ ਸਰਕਾਰ ਨੇ ਬਹੁਤ ਸੰਯਮ ਦਿਖਾਇਆ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਜੀ। ਹੁਣ ਸੈਂਟਰਲ ਏਜੰਸੀਆਂ ਨੇ ਰਿਪੋਰਟ, ਅਸੀਂ ਕੱਲ੍ਹ ਵੀ ਗੱਲ ਕੀਤੀ ਸੀ, ਇਹਦੇ ਲਈ ਮੰਗ ਲਈ ਹੈ ਵੀ ਜਿਹਨੂੰ ਪੰਜਾਬ ਸਰਕਾਰ ਵੱਲੋਂ ਮਿਨਿਸਟਰੀ ਆਫ ਹੋਮ ਅਫੇਅਰਸ ਨੂੰ ਦੇ ਦਿੱਤਾ ਗਿਆ। ਇਹਨਾਂ ਹੀ ਨਹੀਂ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਵੀ ਜਿਹੜੀ ਆ ਇਹ ਰਿਪੋਰਟ ਮੰਗੀ ਗਈ ਸੀ। ਹੁਣ ਸਾਹਮਣੇ ਆਇਆ ਕਿ ਫਰਾਰੀ ਤੇ ਬਾਅਦ ਉਹ ਵਿਦੇਸ਼ੀ ਨੰਬਰ ਦਾ ਯੂਜ਼ ਕਰਦਾ ਰਿਹਾ ਅੰਮ੍ਰਿਤਪਾਲ, WhatsApp ਕਾਲਿੰਗ ਦੇ ਜ਼ਰੀਏ ਆਪਣੇ ਸਾਥੀਆਂ ਦੇ ਲਿੰਕ 'ਚ ਸੀਗਾ। ਹੁਣ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਕਿਹੜੇ ਕਿਹੜੇ ਲੋਕ ਉਹਨੂੰ ਸਮਰਥਨ ਦਿੰਦੇ ਰਹੇ। ਬਹੁਤ ਸਾਰੇ ਦੇਖੋ, ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਉਹਦੇ, ਜਿਵੇਂ ਘਰੋਂ ਬੁਲਟ ਪ੍ਰੂਫ ਜੈਕਟਾਂ ਮਿਲੀਆਂ ਸੀ, ਕਿਹਾ ਜਾ ਰਿਹਾ ਸੀ ਫੌਜ ਤਿਆਰ ਕਰ ਰਿਹਾ, ਫਾਇਰਿੰਗ ਰੇਂਜ ਦੀ ਗੱਲ ਹੋਈ ਸੀਗੀ ਵੀ ਇੱਕ ਨਸ਼ਾ ਛੁਡਾਓ ਦੇ ਨਾਂ 'ਤੇ ਇਹ ਜਿਹੜਾ ਇੱਕ ਐਂਟੀ ਸੋਸ਼ਲ ਐਕਟਿਵ ਜਿਹੜੀਆਂ ਗਤੀਵਿਧੀਆਂ ਚਲਾ ਰਿਹਾ, ਇਹ ਆਰੋਪ ਅੰਮ੍ਰਿਤਪਾਲ ਸਿੰਘ 'ਤੇ ਸੀਗੇ। ਹੁਣ ਇਹ ਜਾਂਚ 'ਚ ਬਾਹਰ ਆਏਗਾ। ਹੁਣ ਜਿਵੇਂ ਹਾਈ ਕੋਰਟ ਦੇ ਵਿੱਚ ਵੀ ਬਹੁਤ ਸਾਰੀਆਂ ਪਟੀਸ਼ਨਾਂ ਪਈਆਂ ਸੀ, ਕੱਲ੍ਹ ਹਾਈ ਕੋਰਟ ਵੱਲੋਂ ਵੀ ਉਹ ਪਟੀਸ਼ਨ ਜਿਹੜੀ ਰੱਦ ਕਰ ਦਿੱਤੀ ਗਈ। ਉਹਨਾਂ ਕਿਹਾ ਕਿਉਂਕਿ ਉਹਦੀ ਜਦੋਂ ਗ੍ਰਿਫਤਾਰੀ ਹੋ ਗਈ, ਉਹ ਭਾਵੇਂ ਉਹਨੇ ਸਰੈਂਡਰ ਕੀਤਾ ਹੈ, ਚਾਹੇ ਗ੍ਰਿਫਤਾਰੀ ਹੋ ਗਈ, ਉਹ ਮਾਮਲਾ ਤਾਂ ਖਤਮ ਹੋ ਗਿਆ। ਹੁਣ ਸਰਕਾਰ ਇਹ ਜਾਣਨਾ ਚਾਹੁੰਦੀ ਹੈ ਵੀ ਇੰਨੀ ਜਲਦੀ ਜਿਹੜਾ ਅੰਮ੍ਰਿਤਪਾਲ ਪਪੂਲਰ ਕਿੱਦਾਂ ਹੋਇਆ, ਇਹਦੇ ਪਿੱਛੇ ਕੌਣ ਲੋਕ ਸਨ ਜਿਹੜੇ ਇਹਨੂੰ ਫੰਡਿੰਗ ਕਰਦੇ। ਕੋਈ ਵੀ ਮੂਵਮੈਂਟ ਵਾਸਤੇ ਤੁਹਾਨੂੰ ਪਤਾ ਪ੍ਰਿੰਸ ਪੈਸਾ ਚਾਹੀਦਾ, ਪੈਸਾ ਕਿੱਥੋਂ ਆਉਂਦਾ ਹੈ ਵੀ ਕੀ ਉਹਦੇ ਵਾਕਈ ISI ਨਾਲ ਸੰਬੰਧ ਸੀਗੇ, ਕੀ ਉਹਦੇ ਵਾਕਈ ਵਿਦੇਸ਼ੀ ਅੱਤਵਾਦੀਆਂ ਨਾਲ ਸੰਬੰਧ ਸੀਗੇ, ਫਿਰ ਕੀ ਉਹਨੂੰ ਪਨਾਹ ਜਿਹੜੇ ਦਿੰਦੇ ਰਹੇ ਉਹਨਾਂ ਦਾ ਕੀ ਰੋਲ ਰਿਹਾ, ਉਹਨਾਂ ਨੂੰ ਉਹਦੇ ਬਦਲੇ ਕੋਈ ਪੈਸਾ ਤਾਂ ਮਿਲਿਆ। ਇਹ ਸਾਰੀ ਜਿਹੜੀ ਜਾਣਕਾਰੀ ਹੈ ਨਾ, ਇਹ ਹੁਣ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਆਂ ਨਾ ਉਹ ਕਰਨੀ ਚਾਹ ਰਹੀਆਂ ਵੀ ਪਾਕਿਸਤਾਨ ਦੇ ਲਿੰਕ ਜੇ ਇਹਦੇ ਹੈਗੇ ਵੀ ਕੀ ਇੱਥੇ ਕੋਈ ਸਲੀਪਰ ਸੈੱਲ ਐਸੇ ਗਈ ਜਿਹੜੇ ਅੰਮ੍ਰਿਤਪਾਲ ਸਿੰਘ ਦੀ ਮਦਦ ਕਰ ਸਕਦੇ ਸੀਗੇ। ਹੁਣ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਹਦੀ ਜਾਂਚ ਹੋਣੀ ਸ਼ੁਰੂ ਹੋ ਗਈ ਹੈ। ਹੁਣ ਤੁਹਾਨੂੰ ਪਤਾ ਹੀ ਹੈ ਕਿ ਉਹਨੂੰ ਅੰਮ੍ਰਿਤਪਾਲ ਸਿੰਘ ਨੂੰ ਜਦੋਂ ਮੋਗਾ ਦੇ ਰੋਡੇ ਗੁਰਦੁਆਰੇ 'ਚੋਂ ਫੜਿਆ ਗਿਆ, ਰੋਡੇ ਪਿੰਡ ਦੇ ਜਸਬੀਰ ਸਿੰਘ ਰੋਡੇ ਉਹ ਪਿੰਡ ਕਿਹਾ ਜਾਂਦਾ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਸਥਾਨ ਹੈ, ਉੱਥੋਂ ਗ੍ਰਿਫਤਾਰ ਕੀਤਾ ਗਿਆ ਸੀਗਾ। ਗ੍ਰਿਫਤਾਰ ਕਰਨ ਤੋਂ ਬਾਅਦ ਉਸੇ ਵੇਲੇ ਹੀ ਇਹਨਾਂ ਨੂੰ ਜਿਹੜਾ ਦਿਬਰੂਗੜ੍ਹ ਭੇਜਤਾ ਗਿਆ। ਤੇ ਹੁਣ ਕਿਵੇਂ ਪੁੱਛਗਿੱਛ ਹੋਏਗੀ, ਕੀ ਸਾਹਮਣੇ ਆਏਗਾ, ਇਹ ਤੇ ਆਉਣ ਵਾਲਾ ਸਮਾਂ ਦੱਸੇਗਾ। ਪਰ ਜਿਹੜਾ ਗੱਲ ਕੀਤੀ ਹੈ ਵੀ ਲੋਕ ਕੀ ਸੋਚਦੇ ਆ, ਦੇਖੋ ਕਿਸੇ ਦਾ ਦਿਮਾਗ ਪੜ੍ਹਿਆ ਨਹੀਂ ਜਾ ਸਕਦਾ ਵੀ ਵਾਕਈ ਇਹ ਅੰਮ੍ਰਿਤਪਾਲ ਮੁੱਦਾ ਬਣੇਗਾ ਕਿ ਸਰਕਾਰ ਨੂੰ ਫਾਇਦਾ ਹੋਏਗਾ ਜਾਂ ਨਹੀਂ ਹੋਏਗਾ ਜੀ। ਇਹਦੇ ਤੇ ਕੁਝ ਵੀ ਕਮੈਂਟ ਕਰਨਾ ਜਿਹੜਾ ਫਿਲਹਾਲ ਉਹ ਬਹੁਤ ਜਲਦਬਾਜ਼ੀ ਹੋਏਗੀ। ਡਾਕਟਰ ਸਾਹਿਬ, ਦਿੱਲੀ ਦੇ ਜੰਤਰ ਮੰਤਰ ਤੇ ਪਹਿਲਵਾਨਾਂ ਦਾ ਧਰਨਾ ਜਾਰੀ ਹੈ ਜੀ। ਕਿਸੇ BJP ਨੇਤਾ ਨੇ ਹਰਿਆਣਾ ਦੇ, ਉਹਨਾਂ ਦੇ ਖਿਲਾਫ ਧਰਨਾ ਲਾ ਕੇ ਬੈਠੇ ਹੋਏ ਨੇ ਜਿਹੜੇ ਓਲੰਪਿਕ ਖਿਡਾਰੀ ਨੇ ਜਿਨ੍ਹਾਂ ਨੇ ਸਵਰਨ ਪਦਕ ਜਿੱਤੇ ਹੋਏ ਨੇ। ਦੇਖੋ ਪ੍ਰਿੰਸ, ਪਹਿਲੀ ਤਾਂ ਇਹ ਬੜੀ ਮੰਦਭਾਗੀ ਗੱਲ ਹੈ ਵੀ ਸਾਡੇ ਉਹ ਖਿਡਾਰੀ ਜਿਨ੍ਹਾਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ, ਜਿਨ੍ਹਾਂ ਨੇ ਜਦੋਂ ਇਹ ਜਿੱਤੇ, ਮੈਡਲ ਜਿੱਤੇ ਤੇ ਤਿਰੰਗਾ ਆਪਣੇ ਲੈ ਕੇ ਤੇ ਚੱਕਰ ਲਗਾਇਆ ਪੂਰਾ ਗਰਾਊਂਡ ਦਾ, ਉਹਨਾਂ ਖਿਡਾਰੀਆਂ ਨੂੰ, ਉਹਨਾਂ ਖਿਡਾਰਨਾਂ ਨੂੰ ਇੱਕ ਰਾਜਨੀਤਿਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਜਿਹੜਾ ਭਾਰਤੀ ਕੁਸ਼ਤੀ ਸੰਘ ਦੇ ਜਿਹੜੇ ਅਧਿਕਸ਼ ਆ, ਉਹਨਾਂ ਦੇ ਖਿਲਾਫ ਧਰਨੇ ਤੇ ਬਹਿਣਾ ਪੈ ਗਿਆ। 3 ਦਿਨ ਹੋ ਗਏ ਨੇ ਜੀ। ਸੁਪਰੀਮ ਕੋਰਟ ਦੇ ਵਿੱਚ 7 ਜਿਹੜੀਆਂ ਰੈਸਲਰਸ ਨੇ, ਮਹਿਲਾ ਲੇਡੀ ਰੈਸਲਰ, ਉਹਨਾਂ ਨੇ ਆਪਣੀ ਪਟੀਸ਼ਨ ਪਾਈ ਸੀ ਜਿਹਦੀ ਹੁਣ ਸੁਣਵਾਈ ਜਿਹੜੀ ਹੈ ਉਹ ਸ਼ੁੱਕਰਵਾਰ ਹੋਣੀ ਹੈ। ਤੇ ਪਹਿਲਵਾਨਾਂ ਨੇ ਇਹਦੇ ਤੇ ਯੌਨ ਉਤਪੀੜਨ ਦੇ ਗੰਭੀਰ ਆਰੋਪ ਲਗਾਏ ਹੈ। ਹੁਣ ਇਹਨਾਂ ਆਰੋਪਾਂ 'ਚ ਕਿੰਨੀ ਸੱਚਾਈ ਹੈ ਇਹ ਸਮਝ ਤੋਂ ਪਰੇ ਹੈ। ਹੁਣ ਜਿਹੜੇ ਚੀਫ ਜਸਟਿਸ ਆਫ ਇੰਡੀਆ DY ਚੰਦਰਚੂੜ ਸਿੰਘ, ਉਹਨਾਂ ਨੇ ਭਾਰਤੀ ਕੁਸ਼ਤੀ ਸੰਘ ਦੇ ਅਧਿਕਸ਼ ਤੇ BJP ਦੇ ਸਾਂਸਦ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ, ਉਹਨਾਂ ਦੇ ਖਿਲਾਫ ਹੁਣ ਤੱਕ FIR ਜਿਹੜੀ ਦਰਜ ਕਿਉਂ ਨਹੀਂ ਹੋਈ, ਉਹਨੂੰ ਲੈ ਕੇ ਵੀ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ। ਹੁਣ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਵੀ ਪਹਿਲਾ ਬਿਆਨ ਸਾਹਮਣੇ ਆਇਆ। ਉਹਨਾਂ ਕਹਿਣਾ ਵੀ ਹੁਣ ਮਾਮਲਾ ਜਦੋਂ ਸੁਪਰੀਮ ਕੋਰਟ 'ਚ ਹੈ ਤੇ ਉਹ ਕਿਉਂ ਬੋਲਣ ਤੇ ਕਿੱਦਾਂ ਬੋਲਣ, ਤੈਅ ਸੁਪਰੀਮ ਕੋਰਟ ਨੂੰ ਕਰਨਾ ਹੈ। ਜਦਕਿ ਪਹਿਲੇ ਇਹਨਾਂ ਨੇ ਕਿਹਾ ਸੀਗਾ ਇੱਕ ਵਾਰੀ, ਜਦੋਂ ਪਹਿਲੇ ਵੀ ਇਹਨਾਂ ਦੇ ਉੱਪਰ ਆਰੋਪ ਲੱਗੇ ਸਨ, ਜਦੋਂ ਜਨਵਰੀ ਦੇ ਵਿੱਚ ਇਹ ਧਰਨੇ ਤੇ ਬੈਠੇ ਸੀ ਜੰਤਰ ਮੰਤਰ ਤੇ ਖਿਡਾਰੀ, ਤੇ ਉਹਨਾਂ ਨੇ ਕਿਹਾ ਸੀ ਵੀ ਇਹ ਸਭ ਬੇਬੁਨਿਆਦ ਆਰੋਪ ਹੈ, ਝੂਠੇ ਆਰੋਪ ਹੈ। ਇਹਨਾਂ ਦੇ ਪਿੱਛੇ ਉਹਨਾਂ ਨੇ ਇੱਕ ਹਰਿਆਣਾ ਦੇ ਸਾਬਕਾ ਕਾਂਗਰਸ ਦੇ ਲੀਡਰ ਦਾ ਵੀ ਛੜਯੰਤਰ ਦੱਸਿਆ ਸੀ ਵੀ ਉਹ ਇਹ ਕਰਾ ਰਹੇ ਹੈ। ਤੇ ਇਹ ਕਿਹਾ ਸੀ ਜੇ ਆਰੋਪ ਸਾਬਤ ਹੋ ਜਾਂਦੇ ਆ ਤੇ ਮੈਂ ਫਾਂਸੀ ਲੈ ਲਾਂਗਾ। ਹੁਣ ਇਹ ਜਿਹੜਾ ਅੰਦੋਲਨ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ
ਹੋਰ ਤੇਜ਼ ਹੋਵੇ, ਕਿਉਂਕਿ ਸੋਨੀਪਤ ਚੋਂ ਬਹੁਤ ਸਾਰੇ ਕਿਸਾਨ ਜਿਹੜੇ ਉੱਥੇ ਅੱਜ ਸਮਰਥਨ 'ਚ ਪਹੁੰਚ ਜਾਣਗੇ। ਅੱਜ ਉਹਨਾਂ ਦਾ ਕਹਿਣਾ ਕਿ ਸਾਡੇ ਬੱਚਿਆਂ ਦੀ ਲੜਾਈ ਹੈ ਤੇ ਸਾਡੇ ਬੱਚਿਆਂ ਦੀ ਇੱਜ਼ਤ ਦਾ ਸਵਾਲ ਹੈ, ਅਸੀਂ ਜਾਵਾਂਗੇ। ਇਸ ਤਰ੍ਹਾਂ ਹੀ ਭੁਪਿੰਦਰ ਸਿੰਘ ਹੁੱਡਾ ਤੇ ਜੰਮੂ ਕਸ਼ਮੀਰ ਦੇ ਸਾਬਕਾ ਜਿਹੜੇ ਰਾਜਪਾਲ ਨੇ ਸਤਿਆਪਾਲ ਮਲਿਕ, ਉਹ ਵੀ ਅੱਜ ਉੱਥੇ ਜੰਤਰ ਮੰਤਰ ਤੇ ਪਹੁੰਚ ਸਕਦੇ ਨੇ। ਬਜਰੰਗ ਪੂਨੀਆ ਜਿਹੜੇ ਨੇ ਬੈਠੇ ਨੇ ਇਸੇ, ਉਹਨਾਂ ਦਾ ਕਹਿਣਾ ਵੀ ਸਿਰਫ ਕੁਸ਼ਤੀ ਦੀ ਲੜਾਈ ਨਹੀਂ ਹੈ, ਕਿਉਂਕਿ ਇਹ ਸ਼ੋਸ਼ਣ ਇੱਦਾਂ ਦਾ ਹਰ ਗੇਮ 'ਚ ਹੁੰਦਾ ਹੈ, ਇਸ ਕਰਕੇ ਉਹ ਬਾਕੀ ਜਿਹੜੇ ਸਾਰੇ ਖਿਡਾਰੀ ਨੇ ਉਹਨਾਂ ਦਾ ਵੀ ਸਮਰਥਨ ਚਾਹੁੰਦੇ ਨੇ। ਹੁਣ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ, ਉਹਨਾਂ ਨੇ ਰੈਸਲਰ ਦੇ ਧਰਨੇ ਤੇ ਕਿਹਾ ਵੀ ਕਮੇਟੀ ਜਾਂਚ ਕਰ ਰਹੀ ਹੈ, ਮਾਮਲੇ 'ਚ ਜਿਹੜਾ ਵੀ ਕੋਈ ਦੋਸ਼ੀ ਪਾਇਆ ਗਿਆ ਉਹਦੇ ਤੇ ਜਿਹੜਾ ਹੈ ਕਾਰਵਾਈ ਹੋਵੇਗੀ। ਹੁਣ ਜਦੋਂ ਵਿਨੇਸ਼ ਫੋਗਾਟ ਜਿਹੜੀ ਬੈਠੀ ਹੈ ਧਰਨੇ ਤੇ, ਉਹਨੂੰ ਸਵਾਲ ਪੁੱਛਿਆ ਗਿਆ ਵੀ ਕਿੰਨੀਆਂ ਕੁ ਲੜਕੀਆਂ ਜਿਨ੍ਹਾਂ ਨੂੰ ਪ੍ਰਤਾੜਿਤ ਕੀਤਾ ਹੋਣਾ, ਉਹ ਕਹਿੰਦੀ ਵੀ ਇਹਦੀ ਕੋਈ ਗਿਣਤੀ ਨਹੀਂ ਹੈ, ਮੈਂ ਕੀ ਦੱਸਾਂ 100 200 500 700 1000, ਕਹਿੰਦੀ ਜਿੰਨੀਆਂ ਵੀ ਦੱਸਾਂ ਮੈਨੂੰ ਘੱਟ ਲੱਗਦਾ, ਕਿਉਂਕਿ 12 ਸਾਲਾਂ ਤੋਂ ਕਹਿੰਦੀ ਵੀ ਅਸੀਂ ਅਤਿਆਚਾਰ ਦੇਖਿਆ, ਕੋਈ ਇੱਕ ਲੜਕੀ ਐਸੀ ਕੁਸ਼ਤੀ ਤੇ ਇਹਨੇ ਨਹੀਂ ਛੱਡੀ ਹੋਏਗੀ ਜਿਹਦੇ ਨਾਲ ਇਹਨੇ ਬਦਤਮੀਜ਼ੀ ਨਾ ਕੀਤੀ ਹੋਵੇ ਜਾਂ ਸੈਕਸ਼ੂਅਲ ਹਰਾਸਮੈਂਟ ਕਰਨ ਦੀ ਕੋਸ਼ਿਸ਼ ਨਾ ਕੀਤੀ ਹੋਵੇ। ਉਹਨੇ ਤੇ ਇਹ ਵੀ ਰੋਪ ਲਾਇਆ ਕਿ ਮੁਸ਼ਕਿਲ ਤੇ ਹੀ ਕੋਈ ਰੈਸਲਿੰਗ ਦੀ ਇੱਦਾਂ ਦੀ ਕੁੜੀ ਹੋਏਗੀ ਜਿਹਦੇ ਨਾਲ ਕੋਈ ਬਦਤਮੀਜ਼ੀ ਨਾ ਹੋਈ ਹੋਵੇ, ਤੇ ਇਹ ਕਹਿੰਦੀ ਵੀ ਪੂਰਾ ਕੰਮ ਇਕੱਲਾ ਬੰਦਾ ਨਹੀਂ ਕਰ ਸਕਦਾ, ਇਹ ਪੂਰਾ ਸਿਸਟਮ ਇਹਦੇ 'ਚ ਜੁੜਿਆ ਹੋਇਆ, ਪੂਰਾ ਸਿਸਟਮ ਫਾਲੋ ਅਪ ਕਰਦਾ ਵੀ ਲੜਕੀ ਕੌਣ ਆ, ਕਿੱਥੇ ਜਾ ਰਹੀ ਹੈ, ਕਿੱਥੋਂ ਦੀ ਹੈ, ਉਹਦਾ ਮੋਬਾਈਲ ਨੰਬਰ ਕੀ ਹੈ, ਕਦੋਂ ਉਹਦੀ ਗੱਲ ਕਰਾਣੀ ਹੈ, ਇੱਕ ਪੂਰਾ ਸਿਸਟਮ ਹੁੰਦਾ ਜਿਹਦੇ ਸਾਰੇ ਉਸ ਤੋਂ ਬਾਅਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਐਂਟਰੀ ਹੁੰਦੀ ਹੈ। ਹਾਲਾਂਕਿ ਜਿਹੜੀ ਫੈਡਰੇਸ਼ਨ ਹੈ ਉਹਨਾਂ ਦਾ ਕਹਿਣਾ ਵੀ ਪਹਿਲਵਾਨ ਦਬਾਅ ਬਣਾ ਰਹੇ ਨੇ, ਕਮੇਟੀਆਂ ਗਠਿਤ ਕੀਤੀ ਹੈ, ਫਿਰ ਜਦੋਂ ਜਾਂਚ ਤੱਕ ਪਹੁੰਚ ਜਾਂਦੇ ਸਭ ਨੂੰ ਕਹਿੰਦੇ ਫਿਰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਿਸਟਮ ਤੇ ਕਾਨੂੰਨ ਦੇ ਵਿੱਚ ਵਿਸ਼ਵਾਸ ਨਾ ਵਿਖਾ ਕੇ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ, ਇਹ ਕਿੰਨਾ ਉਚਿਤ ਹੈ। 2 ਕਮੇਟੀਆਂ ਬਣਾਈਆਂ ਗਈਆਂ ਸੀ, ਅਧਿਕਸ਼ ਮੈਰੀ ਕਾਮ ਜਿਹੜੀ ਹੈ ਉਹ ਅਧਿਕਸ਼ਤਾ ਕਰ ਰਹੀ ਸੀ, ਇਹਦੀ ਬਾਕਸਰ ਹੈ ਸਭ ਜਾਣਦੇ ਹੈ। ਕੇਂਦਰੀ ਗ੍ਰਹਿ ਜਿਹੜੀ ਹੈ ਮੰਤਰਾਲੇ ਆ, ਉਹਨਾਂ ਨੇ ਇੱਕ ਓਵਰਸਾਈਟ ਕਮੇਟੀ ਬਣਾਈ ਸੀ, ਉਹਦੇ 'ਚ ਵੀ ਮੈਰੀ ਕਾਮ ਨੂੰ ਦੇ ਇਲਾਵਾ ਯੋਗੇਸ਼ਵਰ ਦੱਤ, ਧਿਆਨ ਚੰਦ ਅਵਾਰਡੀ, ਤ੍ਰਿਪਤੀ, ਹੋਰ ਵੀ ਬਹੁਤ ਸਾਰੇ ਜਿਹੜੇ ਖਿਡਾਰੀ ਸ਼ਾਮਲ ਸੀਗੇ। ਤੇ ਹਜੇ ਤੱਕ ਇਹਨਾਂ ਦਾ ਵੀ ਕਹਿਣਾ ਵੀ ਰਿਪੋਰਟ ਨੂੰ ਜਨਤਕ ਕਰਨਾ ਚਾਹੀਦਾ, ਕਿਉਂ ਜਨਤਕ ਨਹੀਂ ਕੀਤਾ ਗਿਆ ਹਜੇ ਤੱਕ, ਜਦੋਂ ਉਦੋਂ ਕਿਹਾ ਸੀਗਾ ਵੀ 28 ਦਿਨਾਂ ਦੇ ਵਿੱਚ ਜਾਂਚ ਜਿਹੜੀ ਉਹ ਪੂਰੀ ਹੋ ਜਾਏਗੀ। ਹੁਣ ਇੰਡੀਅਨ ਓਲੰਪਿਕ ਐਸੋਸੀਏਸ਼ਨ ਨੇ ਵੀ ਪਹਿਲਵਾਨਾਂ ਦੇ ਆਰੋਪ ਦੀ ਜਿਹੜੀ ਜਾਂਚ ਕਰਨ ਵਾਸਤੇ ਇੱਕ ਕਮੇਟੀ ਬਣਾਈ ਸੀ, ਇਹਦੀ ਜਿਹੜੀ ਅਧਿਕਸ਼ ਬਣਾਈ ਸੀ ਉਹ ਵੀ ਮੈਰੀ ਕਾਮ ਸੀਗੀ। ਇਸ ਤੋਂ ਇਲਾਵਾ ਡੋਲਾ ਬਨਰਜੀ, ਬੈਡਮਿੰਟਨ ਪਲੇਅਰ ਅਲਕਨੰਦਾ, ਅਸ਼ੋਕ, ਰੈਸਲਰ ਯੁਕੇਸ਼ ਦੱਤ, ਇਹ ਸਾਰੇ ਇਹਦੇ 'ਚ ਸ਼ਾਮਲ ਸਨ। ਤੇ ਬਾਕੀ ਗੱਲ ਸਵਾਲ ਪ੍ਰਿੰਸ ਇਹ ਹੈ, ਜਦੋਂ ਬੱਚੀਆਂ ਧਰਨੇ ਤੇ ਬੈਠੀਆਂ, ਦੇਸ਼ ਦੇ ਓਲੰਪਿਕ ਖਿਡਾਰੀ ਧਰਨੇ ਤੇ ਬੈਠੇ ਹੈ, ਕਿਸੇ ਵੱਡੇ ਲੀਡਰ ਨੂੰ ਆ ਕੇ ਸਾਹਮਣੇ ਆਉਣਾ ਚਾਹੀਦਾ ਵੀ ਆਖਿਰਕਾਰ ਸੱਚਾਈ ਕੀ ਹੈ, ਜਨਤਾ ਦੇ ਸਾਹਮਣੇ ਆਉਣੀ ਚਾਹੀਦੀ ਹੈ ਨਾ, ਵੀ ਕੀ ਇਹ ਰੈਸਲਰ ਸੱਚ ਬੋਲ ਰਹੇ ਨੇ ਕਿ ਝੂਠ ਬੋਲ ਰਹੇ ਨੇ, ਕਿ ਵਾਕਈ ਇਹਨਾਂ ਦਾ ਸ਼ੋਸ਼ਣ ਹੋਇਆ ਕਿ ਨਹੀਂ ਹੋਇਆ। ਇਹ ਬਹੁਤ ਜਿਹੜਾ ਗੰਭੀਰ ਵਿਸ਼ੇ ਹੈ, ਇਹਦੇ ਤੇ ਸਰਕਾਰ ਨੂੰ, ਸੈਂਟਰਲ ਗਵਰਨਮੈਂਟ ਨੂੰ ਬਹੁਤ ਜਲਦੀ ਕੁਝ ਸੋਚਣਾ ਚਾਹੀਦਾ ਹੈ। ਡਾਕਟਰ ਸਾਹਿਬ, ਸਾਬਕਾ ਡੀਜੀਪੀ ਸ਼ਸ਼ੀ ਕਾਂਤ, ਉਹਨਾਂ ਵੱਲੋਂ ਕੁਝ ਰਿਪੋਰਟਾਂ ਜਿਹੜੀਆਂ ਹਾਈ ਕੋਰਟ ਦੇ ਵਿੱਚ ਕੀਤੀਆਂ ਗਈਆਂ ਸੀ, ਦਾਖਲ ਕੀਤੀਆਂ ਗਈਆਂ ਸੀ, ਤੇ ਉਹ ਰਿਪੋਰਟਾਂ ਖੁੱਲ੍ਹੀਆਂ ਵੀ ਤੇ ਕਈ ਵੱਡੇ ਨਾਮ ਸ਼ਾਮਲ ਵੀ ਹੋਏ, ਤੇ ਹੁਣ ਅੱਜ ਉਹਨਾਂ ਵੱਲੋਂ ਇੱਕ ਫਿਰ ਵੱਡਾ ਬਿਆਨ ਦਿੱਤਾ ਗਿਆ। ਨਹੀਂ, ਉਹਨਾਂ ਵੱਲੋਂ ਰਿਪੋਰਟਾਂ ਨਿਸ਼ਚਿਤ ਦਿੱਤੀਆਂ ਗਈਆਂ ਪ੍ਰਿੰਸ। ਉਹਨਾਂ ਨੇ ਮਾਮਲਾ ਚੁੱਕਿਆ ਸੀਗਾ ਜਦੋਂ ਉਹਨਾਂ ਨੇ 2013 ਦੇ ਵਿੱਚ ਡਰੱਗ ਪੁਲਿਸ ਮਾਫੀਆ ਗੱਠਜੋੜ ਬਾਰੇ ਦਾਅਵਿਆਂ ਨੂੰ ਆਖਰਕਾਰ ਜਿਹੜਾ ਹੋਇਆ ਸੀ, ਉਹਨੂੰ ਉਸੇ ਦੇਖੋ ਉਹੀ ਸੂ ਮਾਟੋ ਲਿਆ ਸੀ ਹਾਈ ਕੋਰਟ ਨੇ। 2018 'ਚ ਸਿੱਟ ਬਣੀ ਸੀ, ਹੁਣ ਕਮੇਟੀਆਂ ਖੁੱਲੀਆਂ, ਜਿਹਦੇ ਬਾਅਦ AIG ਰਾਜਜੀਤ ਜੀ ਫਰਾਰ ਹੈ, ਇੰਦਰਜੀਤ ਪਹਿਲਾਂ ਹੀ ਜਿਹੜਾ ਉਹਦਾ ਕਿਹਾ ਜਾ ਰਿਹਾ ਵੀ ਰੈਕਟ ਚਲਾਉਂਦਾ ਸੀਗਾ, ਉਹ ਅੰਦਰ ਆ, ਪਰ ਇਹਨੇ DGP ਸ਼ਸ਼ੀ ਕਾਂਤ DGP ਰਹੇ ਨੇ ਜੇਲ੍ਹ ਪੰਜਾਬ ਦੇ। ਹੁਣ ਇਹਨਾਂ ਨੇ ਟ੍ਰਿਬਿਊਨ ਨੂੰ ਇੱਕ ਇੰਟਰਵਿਊ ਦਿੱਤਾ ਹੈ, ਉਹਨਾਂ ਦਾ ਕਹਿੰਦਾ ਵੀ ਉਹਨਾਂ ਨੇ ਜਦੋਂ ਪੁੱਛਿਆ ਵੀ ਤੁਸੀਂ ਵੀ ਬਹੁਤ ਨਾਮ ਲੈਂਦੇ ਰਹੇ ਹੋ, ਬਹੁਤ ਸਾਰੇ ਲੀਡਰਾਂ ਦੇ ਨਾਮ ਲਏ ਹੈ, ਬਹੁਤ ਸਾਰੇ ਤੁਸੀਂ ਅਫਸਰਾਂ ਦਾ ਗੱਠਜੋੜ ਇਹਦੇ 'ਚ ਦੱਸਦੇ ਰਹੇ ਹੋ, ਤੇ ਦੱਸੋ ਹੁਣ ਕੌਣ ਹੈ। ਉਹ ਕਹਿੰਦੇ ਵੀ ਮੈਂ ਹੁਣ ਇਹਦੇ ਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਪਰ ਜਦੋਂ ਮੈਂ ਇਹਦੇ ਤੇ ਗੱਲ ਕੀਤੀ ਸੀ ਤੇ ਰਿਪੋਰਟ ਦਿੱਤੀ ਸੀ ਆਪਣੇ ਉਦੋਂ ਚੀਫ ਮਿਨਿਸਟਰ ਹੁੰਦੇ ਸੀ ਪ੍ਰਕਾਸ਼ ਸਿੰਘ ਬਾਦਲ, ਉਦੋਂ ਕਹਿੰਦੇ ਵੀ ਉਹਨੂੰ ਬੜੀ ਜਲਾਲਤ ਦਾ ਸਾਹਮਣਾ ਕਰਨਾ ਪਿਆ ਸੀ, ਤੇ ਪੁਲਿਸ ਅਫਸਰਾਂ ਦੇ ਨਾਲ, ਸਿਆਸਤਦਾਨਾਂ ਦੇ ਨਾਲ, ਤਸਕਰਾਂ ਦੇ ਸਬੰਧ, ਇਹ ਕਹਿੰਦੇ ਵੀ ਇੱਕ ਰਿਪੋਰਟ ਵੀ ਬਣਾ ਕੇ ਦਿੱਤੀ ਸੀ। ਉਹ ਰਿਪੋਰਟ ਗਾਇਬ ਹੋ ਗਈ ਕਿਉਂਕਿ ਹਜੇ ਤੱਕ ਉਹ ਰਿਪੋਰਟ ਜਨਤਕ ਨਹੀਂ ਹੋਈ। ਇੱਕ ਵਾਰੀ ਮੈਨੂੰ ਵੀ ਇਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਸੀ ਸ਼ਸ਼ੀ ਕਾਂਤ ਹੋਣਾ, ਉਦੋਂ ਕਹਿੰਦੇ ਸੀ ਵੀ ਇਹ ਰਿਪੋਰਟਾਂ ਦੇ ਵਿੱਚ ਐਸੇ ਨਾਮ ਨੇ
ਵੀ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਜੀ। ਹੁਣ ਵੀ ਦੇਖੋ ਆਪਣੇ ਜਾਂਚ ਕਰ ਰਹੇ ਨੇ ਪੀਕੇ ਜੈਸਵਾਲ ADGP ਨੇ ਵੀ ਕੌਣ ਕੀ ਵਾਕਈ ਇਹ 2 ਬੰਦੇ ਰੈਕਟ ਚਲਾਈ ਜਾਂਦੇ ਸੀ ਬਿਨਾਂ ਪੋਲੀਟੀਕਲ ਸ਼ੈਲਟਰ ਤੋਂ, ਕਿਸ ਤਰ੍ਹਾਂ ਕੋਈ ਰੈਕਟ ਚੱਲ ਸਕਦਾ, ਖਾਸ ਕਰਕੇ ਨਸ਼ੇ ਦਾ। ਦੇਖੋ ਇਹ ਜਨਤਾ ਨੂੰ ਇਹ ਜਾਣਨਾ ਚਾਹੀਦਾ, ਜਾਣਨ ਦਾ ਪੂਰਾ ਹੱਕ ਆ ਵੀ ਪੰਜਾਬ ਨੂੰ ਜਿਹੜੇ ਰਾਜ ਕਰ ਰਹੇ ਨੇ ਕਿ ਉਹੀ ਪੰਜਾਬ ਦੀਆਂ ਨਸਲਾਂ ਬਰਬਾਦ ਕਰਨ ਦੀ ਜਿਹੜੀ ਸਾਜ਼ਿਸ਼ ਰਚ ਰਹੇ ਨੇ, ਇਹ ਬਹੁਤ ਵੱਡੇ ਸਵਾਲ ਨੇ। ਹੁਣ ਸ਼ਸ਼ੀਕਾਂਤ ਸਾਹਿਬ ਨੂੰ ਇਹ ਦੱਸਣਾ ਚਾਹੀਦਾ ਸੀ, ਕਿਉਂਕਿ ਇਹ ਤਾਂ ਹੈ ਨਹੀਂ ਵੀ ਇਹਨਾਂ ਨੇ ਰਿਪੋਰਟ ਬਣਾਈ ਹੋਵੇ ਤੇ ਇਹਨਾਂ ਨੂੰ ਰਿਪੋਰਟ ਦਾ ਚੇਤਾ ਭੁੱਲ ਗਿਆ ਹੋਵੇ। ਇਹਨਾਂ ਨੇ ਇੱਕ ਵਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਹ ਬਹੁਤ ਆਰੋਪ ਲਾਇਆ ਸੀ, ਤੇ ਜਦੋਂ ਇਹਨਾਂ ਨੂੰ DGP ਨਿਯੁਕਤ ਕੀਤਾ ਗਿਆ ਸੀ ਨਾ ਜੇਲ੍ਹਾਂ ਦਾ, ਤੇ ਇਹਨਾਂ ਨੇ ਦਾਅਵਾ ਕੀਤਾ ਸੀ ਵੀ ਜੇਲ੍ਹਾਂ 'ਚ ਨਸ਼ਿਆਂ ਦੇ ਖੁੱਲ੍ਹੇ ਜਿਹੜੇ ਆ ਉਹ ਪਨਾਹਗਾਰ ਨੇ, ਜੋ ਉੱਥੇ ਚਾਹ ਮਿਲਦਾ ਤੇ ਹਜੇ ਵੀ ਸਾਹਮਣੇ ਹੈ ਵੀ ਆਏ ਦਿਨ ਜੇਲ੍ਹਾਂ 'ਚੋਂ ਮੋਬਾਈਲ ਮਿਲਦੇ ਨੇ, ਜੇਲ੍ਹਾਂ 'ਚੋਂ ਬਹਿ ਕੇ ਗੈਂਗਸਟਰ ਸਾਰੀਆਂ ਚੀਜ਼ਾਂ ਆਪਰੇਟ ਕਰ ਰਹੇ ਆ, ਨਸ਼ੇ ਦੀ ਉੱਥੋਂ ਡੀਲ ਸਾਰੀ ਉੱਥੋਂ ਬਹਿ ਕੇ ਹੁੰਦੀ ਹੈ। ਹੁਣ ਹਾਈ ਕੋਰਟ ਦੇ ਵਿੱਚ ਜਿਹੜਾ ਨਾ ਹਲਫਨਾਮਾ ਦਿੱਤਾ ਸੀ, ਉਦੋਂ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਸੂਚੀ ਹੈ ਉਹ ਸਰਕਾਰ ਨੂੰ ਦੇ ਦਿੱਤੀ ਹੈ, ਹਜੇ ਕਿ ਉਹ ਸੂਚੀ ਉਹ ਰਿਪੋਰਟ ਕਦੀ ਵੀ ਜਨਤਕ ਨਹੀਂ ਹੋਈ, ਤੇ ਇਹ ਕਿਹਾ ਜਾ ਰਿਹਾ ਵੀ ਹੁਣ ਉਹ ਜਿਹੜੀ ਰਿਪੋਰਟ ਹੈ ਉਹ ਫਾਈਲ ਜਿਹੜੀ ਹੈ ਉਹ ਗਵਾਚ ਗਈ ਹੈ। ਇਹਨੂੰ ਕਿਹਾ ਜਾਂਦਾ ਰਹੱਸਮਈ ਸ਼ਸ਼ੀਕਾਂਤ ਸੂਚੀ ਜੀ। ਪਰ ਕਿ ਉਹਨਾਂ ਟ੍ਰਿਬਿਊਨ ਦੇ ਰਿਪੋਰਟਰ ਨੇ ਉਹਨਾਂ ਨੇ ਗੱਲ ਵੀ ਕੀਤੀ ਹੈ ਵੱਡੇ ਅਧਿਕਾਰੀਆਂ ਨਾਲ, ਉਹ ਕਹਿੰਦੇ ਵੀ ਸਾਡੇ ਕੋਲ ਤਾਂ ਇਸ ਤਰ੍ਹਾਂ ਦੀ ਕੋਈ ਰਿਪੋਰਟ ਦੀ ਜਾਣਕਾਰੀ ਨਹੀਂ ਹੈਗੀ। ਤੇ ਹੁਣ ਸ਼ਸ਼ੀਕਾਂਤ ਜੀ ਇਹਨਾਂ ਨੂੰ ਵੈਸੇ ਤਾਂ ਦੱਸਣਾ ਚਾਹੀਦਾ ਹੈ ਕਿ ਵੀ ਕੌਣ ਲੋਕ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ, ਪਰ ਉਹ ਹੁਣ ਬੋਲਣ ਨੂੰ ਤਿਆਰ ਨਹੀਂ। ਕਹਿੰਦੇ ਵੀ ਇਹ ਪੁਰਾਣਾ ਮਾਮਲਾ ਹੈ ਤੇ ਹੁਣ ਇਸ ਬਾਰੇ ਗੱਲ ਕਰਨਾ ਮੈਂ ਨਹੀਂ ਚਾਹੁੰਦਾ। ਮੈਂ ਜਿਹੜੀ ਨਾਵਾਂ ਦੀ ਸੂਚੀ ਸੌਂਪੀ ਸੀ ਉਸ ਵਾਰ ਬੋਲਣ ਤੋਂ ਬਾਅਦ ਮੈਨੂੰ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ, ਧਮਕੀਆਂ ਵੀ ਮਿਲੀਆਂ ਸੀ ਲਗਾਤਾਰ। ਸਰਕਾਰਾਂ ਕਹਿੰਦੇ ਤੱਥਾਂ ਨੂੰ ਜਾਣਦੀਆਂ। ਉਹਨਾਂ ਪਹਿਲੇ ਵੀ ਕਿਹਾ ਸੀ ਕਿ ਉਹ ਰਿਪੋਰਟ ਜਿਹੜੀ ਆ ਉਹ ਕਾਪੀ ਮੈਂ ਰੱਖੀ ਨਹੀਂ ਕੋਈ ਕੋਲ। ਉਹਨਾਂ ਨੇ ਪਹਿਲੇ ਇਹ ਵੀ ਇੱਕ ਸਟੇਟਮੈਂਟ ਦਿੱਤੀ ਸੀ ਵੀ ਆਫੀਸ਼ੀਅਲ ਸੀਕ੍ਰੇਟ ਐਕਟ ਦੇ ਤਹਿਤ ਅਜਿਹੀ ਰਿਪੋਰਟ ਨੂੰ ਉਹ ਸਿਰਫ ਆਪਣੇ ਉੱਚ ਅਧਿਕਾਰੀਆਂ ਨਾਲ ਹੀ ਸਾਂਝੀ ਕਰ ਸਕਦੇ ਨੇ। ਪ੍ਰਬੰਧਕ ਨੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕੁਝ ਲੀਡਰਾਂ ਦੇ ਨਾਮ ਵੀ ਲਏ ਸੀ, ਪਰ ਹਾਈ ਕੋਰਟ ਦੇ ਵਿੱਚ ਰਿਪੋਰਟ ਦੀ ਕਾਪੀ ਪੇਸ਼ ਨਹੀਂ ਸੀ ਕੀਤੀ। ਹੁਣ 2007 ਦੇ ਵਿੱਚ ਉਹ ADGP ਇੰਟੈਲੀਜੈਂਸ ਰਹੇ ਨੇ, ਪੰਜਾਬ 'ਚ ਤੈਨਾਤ ਰਹੇ ਨੇ, ਉਹ ਪੰਜਾਬ ਦੇ ਮੁੱਦਿਆਂ ਨੂੰ ਜਾਣਦੇ ਨੇ। ਉਹਨਾਂ ਨੇ ਇਹ ਕਿਹਾ ਸੀਗਾ ਕਿ ਮੈਂ ਇਹ ਜਿਹੜੀ ਜੋ ਵੀ ਇਹ ਰਿਪੋਰਟ ਹੈ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਦੇ ਦਿੱਤੀ ਹੈ। ਹੁਣ ਇਹੀ ਸੂਚੀ ਦਾ ਹਵਾਲਾ ਰੋਪੜ ਜੇਲ੍ਹ ਦਾ ਕੈਦੀ ਸੀ ਤਰਲੋਚਨ ਸਿੰਘ, ਉਹਨੇ ਵੀ ਜਿਹੜਾ ਦੱਸਿਆ ਸੀਗਾ ਵੀ ਕਿਸ ਤਰ੍ਹਾਂ ਨਸ਼ਾ ਜੇਲ੍ਹਾਂ 'ਚ ਖੁੱਲ੍ਹੇਆਮ ਮਿਲਦਾ। ਹੁਣ ਇਹ ਦੇਖੋ ਇਹ ਨੈਕਸਸ ਤੋਂ ਬਿਨਾਂ ਕੋਈ ਚੀਜ਼ ਹੋ ਨਹੀਂ ਸਕਦੀ। ਅਸੀਂ ਤਾਂ ਪਹਿਲੇ ਵੀ ਕਈ ਵਾਰੀ ਗੱਲ ਕੀਤੀ ਪ੍ਰਿੰਸ, ਦੇਖੋ ਨਸ਼ਾ ਬਿਨਾਂ ਕਿਸੇ ਦੀ ਮਨਜ਼ੂਰੀ ਤੋਂ ਜੇਲ੍ਹ 'ਚ ਐਂਟਰ ਨਹੀਂ ਕਰ ਸਕਦਾ, ਮੋਬਾਈਲ ਬਿਨਾਂ ਕਿਸੇ ਦੀ ਮਿਲੀ ਭਗਤ ਤੋਂ ਅੰਦਰ ਐਂਟਰ ਨਹੀਂ ਕਰ ਸਕਦਾ। ਸਰਕਾਰਾਂ ਨੂੰ ਇੱਧਰ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਮਾਨ ਸਾਹਿਬ ਨੇ ਉਦੋਂ ਬਦਲਾਵ ਦੀ ਗੱਲ ਕਰਕੇ ਹੀ ਆਏ ਸੀਗੇ, ਪਰ ਹਜੇ ਵੀ ਜੇਲ੍ਹਾਂ ਦੇ ਵਿੱਚ ਮੋਬਾਈਲ ਮਿਲਣੇ ਬੰਦ ਨਹੀਂ ਹੋਏ। ਗੈਂਗਸਟਰਾਂ ਦਾ ਨੈਟਵਰਕ ਹਜੇ ਪੂਰੀ ਤਰ੍ਹਾਂ ਨਹੀਂ ਟੁੱਟਿਆ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋ ਜਾਂਦੀ ਹੈ, ਸਾਹਮਣੇ ਨਹੀਂ ਆਇਆ ਇੰਟਰਵਿਊ ਕਰਾਉਣ ਵਾਲੇ ਕੌਣ ਸੀਗੇ, ਕੌਣ ਲੋਕ ਜਿਹੜੇ ਗੈਂਗਸਟਰਾਂ ਨੂੰ ਸ਼ੈਲਟਰ ਕਰਦੇ, ਕਿ ਪੂਰਾ ਇੱਕ ਸਿਸਟਮ ਜਿਹੜਾ ਹੈ ਉਹ ਵਾਕਈ ਇਹ ਧਵਸਤ ਕਰ ਪਾਏਗੀ ਆਮ ਆਦਮੀ ਪਾਰਟੀ ਕਿ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਡਾਕਟਰ ਸਾਹਿਬ, ਪੰਜਾਬ ਸਰਕਾਰ ਜਿਹੜੀ ਸਕੂਲਾਂ ਨੂੰ ਲੈ ਕੇ ਉਹ ਬੜਾ ਵੱਡਾ ਦਾਅਵਾ ਕਰਦੀ ਕਿ ਜਿਹੜੀ ਇੱਥੋਂ ਦੀ ਸਿੱਖਿਆ ਕਾਫੀ ਉਚੇਚੀ ਸਿੱਖਿਆ, ਪਰ ਜਦੋਂ ਜ਼ਮੀਨੀ ਸਤਰ 'ਤੇ ਵੇਖਿਆ ਜਾਵੇ ਤਾਂ ਸਥਿਤੀ ਕੁਝ ਹੋਰ ਹੀ ਨਿਕਲਦੀ ਹੈ। हाँ बिल्कुल, देखो जी स्कूल ऑफ एमिनेंस बनाए जा रहे हैं, हमेशा दावा करते हैं भी शिक्षा ते सेहत की गल करते हैं, बढ़िया स्कूल बनाने आते, कई बार सब हमेशा कहते हैं मुझे राजनीति नहीं आती, मुझे बढ़िया स्कूल बनाने आते हैं, मुझे बढ़िया अस्पताल खोलने आते हैं, ये मुझे गंदी गंदी गालियां निकालते हैं, हमेशा कहते हैं। पर एक जी रिपोर्ट नशर हुई है वो सामने आया भी बहुत सारे जोड़े स्कूल ने उन्होंने प्रिंसीपल जोड़े हैं वो ही नहीं है। ਹੁਣ ਡੈਮੋਕ੍ਰੈਟਿਕ ਟੀਚਰ ਫਰੰਟ ਵੱਲੋਂ ਇਹ ਜਿਹੜੇ ਆંકੜੇ ਇਕੱਠੇ ਕੀਤੇ ਗਏ ਆ, ਉਹ ਕਹਿੰਦੇ ਵੀ ਜਿਹੜੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਦੀਆਂ 1900 ਤੋਂ ਵੱਧ ਅਸਾਮੀਆਂ ਖਾਲੀਆਂ ਜੀ, ਤੇ 2024 ਤੱਕ ਕਹਿੰਦੇ ਆ ਵੀ ਜਿਹੜੀ ਇਹ ਪ੍ਰਿੰਸੀਪਲ ਦੀਆਂ 144 ਹੋਰ ਅਸਾਮੀਆਂ ਜਿਹੜੀਆਂ ਉਹ ਖਾਲੀ ਹੋ ਜਾਣਗੀਆਂ। ਇਸੇ ਤਰ੍ਹਾਂ ਹੈਡਮਾਸਟਰ ਦੀਆਂ ਟੀਚਰਾਂ ਦੀ ਗੱਲ ਕਹਿੰਦੇ ਵੀ 1750 ਅਸਾਮੀਆਂ ਖਾਲੀ ਨੇ, ਇਹਨਾਂ ਵਿੱਚੋਂ 700 ਕਹਿੰਦੇ ਵੀ ਇਸ ਤਰ੍ਹਾਂ ਪ੍ਰਾਇਮਰੀ ਸਕੂਲਾਂ ਦੀ ਹਾਲਤ ਬਹੁਤ ਖਰਾਬ ਆ। ਵੀ ਗੱਲ ਇਹ ਹੈ ਕਿ ਜੇ ਬੱਚਿਆਂ ਨੂੰ ਪ੍ਰਿੰਸ ਅਸੀਂ ਹਮੇਸ਼ਾ ਕਹਿੰਦੇ ਹਾਂ ਬੱਚਿਆਂ ਨੂੰ ਜੇ ਐਜੂਕੇਸ਼ਨ ਨਹੀਂ ਮਿਲੇਗੀ ਤੇ ਉਹ ਕਿਸ ਤਰ੍ਹਾਂ ਉਹਨਾਂ ਦਾ ਦਿਮਾਗ ਖੁੱਲ੍ਹੇਗਾ, ਕਿਸ ਤਰ੍ਹਾਂ ਵਿਕਾਸ ਹੋਏਗਾ, ਬੱਚੇ ਕਿਸ ਤਰ੍ਹਾਂ ਕੰਪੀਟੀਸ਼ਨ ਦਾ ਐਗਜ਼ਾਮ ਦੇਣਗੇ। ਜਿਹੜੇ ਕੋਲ ਤੇ ਪੈਸੇ ਸੰਪੰਨ ਹੈ ਉਹ ਆਪਣੇ ਪ੍ਰਾਈਵੇਟ ਸਕੂਲ 'ਚ ਬੱਚੇ ਨੂੰ ਪੜ੍ਹਾ ਲਏਗਾ, ਪ੍ਰਾਈਵੇਟ ਟਿਊਸ਼ਨ ਸੈਂਟਰ ਚਲਵਾ ਲਏਗਾ, ਪਰ ਇਹ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਵੱਡੀਆਂ ਵੱਡੀਆਂ ਤਨਖਾਹਾਂ ਦਿੰਦੇ ਹਾਂ, ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾ ਰੱਖੀਆਂ। ਵੀ ਕੀ ਗੱਲ ਵੀ ਸਾਡਾ ਫੰਡਾਮੈਂਟਲ ਰਾਈਟ ਹੈ ਵੀ ਬੱਚੇ ਨੂੰ ਐਜੂਕੇਸ਼ਨ ਦੇਣਾ ਅਤੇ ਸਿੱਖ ਦੇਣਾ।
ਸਰਕਾਰਾਂ ਦੇਣ ਪਾਣਗੀਆਂ ਕਿ ਨਹੀਂ ਦੇ ਪਾਣਗੀਆਂ। ਹਜੇ ਤੱਕ ਜੋ ਹਾਲਾਤ ਨੇ ਉਹ ਤੇ ਪਿੰਡਾਂ ਦੇ ਤੁਹਾਨੂੰ ਪਤਾ ਹੀ ਹੈ ਵੀ ਪਿੰਡਾਂ 'ਚ ਲੋਕ ਘਰਾਂ ਦੇ ਘਰ ਖਾਲੀ ਹੋ ਰਹੇ ਹੈ। ਕੋਈ ਗਲੀ ਐਸੀ ਨਹੀਂ ਹੈ ਜਿੱਥੋਂ ਕੋਈ ਬੰਦਾ ਬਾਹਰ ਨਹੀਂ ਗਿਆ, ਬੱਚਾ ਬਾਹਰ ਨਹੀਂ ਗਿਆ। ਲੋਕ ਆਪਣੇ ਨਿਆਣਿਆਂ ਨੂੰ ਇੱਥੇ ਰੱਖਣੇ ਨਹੀਂ ਚਾਹੁੰਦੇ ਤੇ ਫਿਰ ਰਾਜ ਕਿੱਥੇ ਕਰੋ। ਇੱਕ ਬੰਨੇ ਤੇ ਅਸੀਂ ਬੜਾ ਦਾਅਵਾ ਕਰਦੇ ਹਾਂ ਪੂਰੇ 142 ਕਰੋੜ ਅਸੀਂ ਹੋ ਗਏ ਹਾਂ, ਚੀਨ ਤੋਂ ਅੱਗੇ ਲੰਘ ਗਏ ਹਾਂ। ਉਹ ਬਈ ਕਰੋਗੇ ਕੀ? ਵੀ ਕਿਤੇ ਇਹ ਜਨਸੰਖਿਆ ਇਹ ਤੁਹਾਡੇ ਵਾਸਤੇ ਮੁਸੀਬਤ ਤੇ ਨਹੀਂ ਬਣ ਜਾਏਗੀ? ਖਾਣ ਲਈ ਕਿੱਥੋਂ ਲਿਆਵੋਗੇ? ਹਵਾ ਸਾਡੀ ਜ਼ਹਿਰੀਲੀ ਹੋ ਗਈ, ਪਾਣੀ ਸਾਡਾ ਜ਼ਹਿਰੀਲਾ ਹੋ ਗਿਆ, ਖਾਣ ਨੂੰ ਸਾਨੂੰ ਜ਼ਹਿਰ ਮਿਲ ਰਿਹਾ, ਬਿਮਾਰੀਆਂ ਐਸੀਆਂ ਲੱਗ ਰਹੀਆਂ। ਅੱਜ ਹੀ ਆਪਾਂ ਖਬਰ ਕੀਤੀ ਹੈ ਵੀ ਉਹਦੇ 'ਚ ਕਿਸ ਤਰ੍ਹਾਂ ਦੱਸਿਆ ਵੀ ਜ਼ਹਿਰ ਖਾ ਕੇ ਬੱਚੇ ਕਿਸ ਤਰ੍ਹਾਂ ਪੈਦਾ ਹੋ ਰਹੇ, ਵਿਕਲਾਂਗ ਬੱਚੇ ਪੈਦਾ ਹੋਣੇ ਸ਼ੁਰੂ ਹੋ ਗਏ। ਵੀ ਨਸਲਾਂ ਤੇ ਇੱਧਰ ਤੋਂ ਜਾ ਰਹੀਆਂ। ਤੇ ਸਾਡੇ ਜਿਹੜੇ ਲੀਡਰ ਹੈ ਗੱਲਾਂ ਦੇ ਕੜਾਹ ਤੇ ਬੜੇ ਬਣਾਉਂਦੇ ਆ, ਗੱਲਾਂ ਤੇ ਬੜੀਆਂ ਵੱਡੀਆਂ ਕਰਦੇ ਆ, ਪਰ ਜ਼ਮੀਨੀ ਹਕੀਕਤ ਕੀ ਹੈ? ਇਹ ਸਨ ਦੀਪਕ ਭੰਡਾਰੀ ਜਿਨ੍ਹਾਂ ਦੇ ਨਾਲ ਅਸੀਂ ਅੱਜ ਦੇ ਮੁੱਦਿਆਂ ਤੇ ਗੱਲਬਾਤ ਕੀਤੀ। ਇਸੇ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੋਂ ਤੁਹਾਡੇ ਰੂਬਰੂ ਆਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਨਮਸਕਾਰ।